ਵੈਲਕਮ ਇਨ ਚਾਣਕਿਆ ਐਜੂਕੇਸ਼ਨ ਅਕੈਡਮੀ ਬਰਨਾਲਾ। ਆਪਾਂ ਪੋਲੀਟੀਕਲ ਸਾਇੰਸ ਦੇ ਜਿਹੜੇ MCQ ਸੀਰੀਜ਼ ਸੀ ਸਟਾਰਟ ਕੀਤੀ ਹੋਈ ਸੀ, ਜਿਹਦੇ ਵਿੱਚੋਂ ਆਪਾਂ ਸੰਵਿਧਾਨ ਦੇ ਜਿਹੜੇ 3 ਭਾਗ ਨੇ ਕੰਪਲੀਟਲੀ ਪੜ੍ਹ ਲਏ ਨੇਗੇ। ਅੱਜ ਆਪਾਂ ਜਿਹੜੀ ਵੀਡੀਓ ਲੈ ਕੇ ਆਏ ਹਾਂ ਉਹ ਸੰਵਿਧਾਨ ਦਾ ਚੌਥਾ ਭਾਗ ਜਿਹੜਾ ਕਿ DPSP ਦੇ ਨਾਲ ਸੰਬੰਧਿਤ ਆ। ਠੀਕ ਹੈ ਜੀ, ਉਹਦੇ ਜਿਹੜੇ MCQs ਨੇ ਉਹ ਅੱਜ ਆਪਾਂ ਸੋਲਵ ਕਰਾਂਗੇ। ਉਸ ਤੋਂ ਪਹਿਲਾਂ ਸਾਡੀ ਜਿਹੜੀ ਚਾਣਕਿਆ ਐਜੂਕੇਸ਼ਨ ਅਕੈਡਮੀ ਬਰਨਾਲਾ ਦੀ ਐਪ ਆ, ਇਹਨੂੰ ਤੁਸੀਂ ਡਾਊਨਲੋਡ ਕਰ ਲੈਣਾ। ਠੀਕ ਹੈ ਜੀ, ਲਿੰਕ ਜਿਹੜਾ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਪ੍ਰੋਵਾਈਡ ਕਰਵਾ ਦਿੱਤਾ ਜਾਊਗਾ। ਐਪ ਦੇ ਉੱਤੇ ਅਸੀਂ ਜੇਕਰ ਤੁਸੀਂ ਜਿਵੇਂ ਮਾਸਟਰ ਕੈਡਰ SST ਪੰਜਾਬੀ ਜਾਂ ਮੈਥ ਸਾਇੰਸ ਦੀ ਤਿਆਰੀ ਕਰ ਰਹੇ ਹੋ ਤਾਂ ਮਾਸਟਰ ਕੈਡਰ ਦੇ ਸਪੈਸ਼ਲ ਜਿਹੜੇ ਕੋਰਸ ਨੇ ਉਹ ਅਸੀਂ ਐਪ ਦੇ ਉੱਤੇ ਲਾਂਚ ਕੀਤੇ ਹੋਏ ਨੇ। ਉੱਥੋਂ ਜਾ ਕੇ ਤੁਸੀਂ ਜਿਹੜਾ ਕੋਰਸ ਆ ਉਹਨੂੰ ਪਰਚੇਜ਼ ਕਰ ਸਕਦੇ ਹੋ। ATT ਤੋਂ ਬਾਅਦ ਜਿਹੜਾ ਆਪਣਾ PSTET ਦਾ ਫਸਟ ਪੇਪਰ ਹੁੰਦਾ ਗਾ, ਉਹਦਾ ਵੀ ਇੱਕ ਸਪੈਸ਼ਲ ਕੋਰਸ ਜਿਹੜਾ ਅਸੀਂ ਐਪ ਦੇ ਉੱਤੇ ਲਾਂਚ ਕੀਤਾ ਹੋਇਆਗਾ। B.Ed ਤੋਂ ਬਾਅਦ ਜਿਹੜਾ PSTET ਦਾ ਸੈਕੰਡ ਪੇਪਰ ਹੁੰਦਾ ਗਾ, ਉਹਦਾ ਵੀ ਇੱਕ ਸਪੈਸ਼ਲ ਕੋਰਸ ਜਿਹੜਾ ਅਸੀਂ ਐਪ ਦੇ ਉੱਤੇ ਲਾਂਚ ਕੀਤਾ ਹੋਇਆ। ਪੰਜਾਬ ਪੁਲਿਸ ਦਾ ਵੀ ਇੱਕ ਸਪੈਸ਼ਲ ਕੋਰਸ ਜਿਹੜਾ ਅਸੀਂ ਐਪ ਦੇ ਉੱਤੇ ਲਾਂਚ ਕੀਤਾ ਹੋਇਆ। ਜੇਕਰ ਤੁਸੀਂ ਲੈਕਚਰਰ ਕੈਡਰ ਦੀ ਤਿਆਰੀ ਕਰ ਰਹੇ ਹੋ ਜਿਵੇਂ ਹਿਸਟਰੀ, ਪੰਜਾਬੀ ਤੇ ਪੋਲੀਟੀਕਲ ਦੀ, ਤਾਂ ਇਹਨਾਂ ਦਾ ਵੀ ਇੱਕ ਸਪੈਸ਼ਲ ਕੋਰਸ ਜਿਹੜਾ ਤੁਹਾਨੂੰ ਐਪ ਦੇ ਉੱਤੇ ਮਿਲ ਜਾਏਗਾ। ਪੰਜਾਬ ਜੌਬ ਐਗਜ਼ਾਮਸ, ਠੀਕ ਹੈ ਜੀ, ਜਿਵੇਂ SSSB ਦੇ ਆਪਣੇ ਐਗਜ਼ਾਮ ਹੁੰਦੇ ਨੇ, ਪਟਵਾਰੀ ਦੇ ਜਾਂ ਐਕਸਾਈਜ਼ ਇੰਸਪੈਕਟਰ ਦੇ, ਇਹ ਵੀ ਇੱਕ ਸਪੈਸ਼ਲ ਕੋਰਸ ਜਿਹੜਾ ਅਸੀਂ ਐਪ ਦੇ ਉੱਤੇ ਲਾਂਚ ਕੀਤਾ ਹੋਇਆਗਾ। SSC ਦਾ ਵੀ ਸਪੈਸ਼ਲ ਕੋਰਸ ਜਿਹੜਾ ਅਸੀਂ ਐਪ ਦੇ ਉੱਤੇ ਲਾਂਚ ਕੀਤਾ ਹੋਇਆਗਾ। ਠੀਕ ਹੈ ਜੀ, ਜੇਕਰ ਤੁਸੀਂ UPSC ਜਾਂ PPSC ਦੀ ਤਿਆਰੀ ਕਰ ਰਹੇ ਹੋ ਤਾਂ ਇੱਕ ਸਪੈਸ਼ਲ ਕੋਰਸ ਜਿਹੜਾ UPSC ਤੇ PPSC ਦਾ ਅਸੀਂ ਐਪ ਦੇ ਉੱਤੇ ਲਾਂਚ ਕੀਤਾ ਹੋਇਆਗਾ। ਐਪ ਨੂੰ ਡਾਊਨਲੋਡ ਕਰਕੇ ਤੁਸੀਂ ਸੰਬੰਧਿਤ ਬੈਚ ਜਿਹੜਾ ਗਾ ਉਹਨੂੰ ਪਰਚੇਜ਼ ਕਰ ਸਕਦੇ ਹੋਗੇ। ਐਪ ਦਾ ਜੇਕਰ ਤੁਸੀਂ ਪਲੇ ਸਟੋਰ ਜਾਂ ਐਪ ਸਟੋਰ ਤੋਂ ਡਾਊਨਲੋਡ ਕਰ ਰਹੇ ਹੋ ਤਾਂ ਇਸ ਪ੍ਰਕਾਰ ਦਾ ਤੁਹਾਨੂੰ ਲੋਗੋ ਦੇਖਣ ਨੂੰ ਮਿਲੂਗਾ। ਚਾਣਕਿਆ ਐਜੂਕੇਸ਼ਨ ਅਕੈਡਮੀ ਬਰਨਾਲਾ ਐਪ ਨੂੰ ਸਰਚ ਕਰ ਲੈਣਾ। ਠੀਕ ਹੈ ਜੀ, ਨਹੀਂ ਤਾਂ ਲਿੰਕ ਜਿਹੜਾ ਗਾ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਪ੍ਰੋਵਾਈਡ ਕਰਵਾ ਦਿੱਤਾ ਜਾਊਗਾ। ਐਪ ਦਾ ਹਰ ਇੱਕ ਪਲੇਲਿਸਟ ਦਾ ਲਿੰਕ ਵੀ ਜਿਹੜਾ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਏਗਾ। ਜਿਵੇਂ ਪੋਲੀਟੀਕਲ ਦੇ ਜਿਹੜੇ ਆਪਾਂ ਪਹਿਲਾਂ 3 ਪਾਰਟ ਕੰਪਲੀਟ ਕਰ ਲਏ, ਉਹਨਾਂ ਦਾ ਇੱਕ ਲਿੰਕ ਜਿਹੜਾ ਪਲੇਲਿਸਟ ਦਾ ਲਿੰਕ ਆ ਪੋਲੀਟੀਕਲ MCQs ਦਾ, ਉਹ ਵੀ ਜਿਹੜਾ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜੂਗਾ। ਅਦਰ ਜਿਹੜੇ ਸਬਜੈਕਟ ਜਿਨ੍ਹਾਂ ਦੇ ਅਸੀਂ MCQ ਸਟਾਰਟ ਕੀਤੇ ਗਏ ਨੇ, ਜੇਕਰ ਤੁਸੀਂ ਪਹਿਲੀਆਂ ਵੀਡੀਓਜ਼ ਨਹੀਂ ਦੇਖੀਆਂ ਤਾਂ ਉਹਨਾਂ ਦੀ ਵੀ ਪਲੇਲਿਸਟ ਦਾ ਲਿੰਕ ਜਿਹੜਾ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਏਗਾ। ਨਵੀਆਂ ਅਪਡੇਟਸ ਦੇ ਲਈ ਜਾਂ ਨਵੇਂ ਜਿਹੜੇ ਅਸੀਂ ਆਫਰ ਲਾਂਚ ਕਰ ਦੇਂਗੇ ਆਫਲਾਈਨ ਬੈਚ ਜਾਂ ਆਨਲਾਈਨ ਬੈਚ ਨੂੰ ਲੈ ਕੇ, ਉਹਦੀਆਂ ਅਪਡੇਟਸ ਜਾਣਨ ਦੇ ਲਈ ਤੁਸੀਂ ਸਾਨੂੰ ਇੰਸਟਾਗ੍ਰਾਮ ਤੇ ਫੋਲੋ ਕਰ ਸਕਦੇ ਹੋ। ਚਾਣਕਿਆ ਐਜੂਕੇਸ਼ਨ ਅਕੈਡਮੀ ਬਰਨਾਲਾ ਨੂੰ ਸਰਚ ਕਰ ਲੈਣਾ। ਫੇਸਬੁੱਕ ਦੇ ਉੱਤੇ ਵੀ ਸਾਡਾ ਜਿਹੜਾ ਪੇਜ ਆ ਉਹਨੂੰ ਫੋਲੋ ਕਰ ਸਕਦੇ ਹੋਗੇ। ਠੀਕ ਹੈ ਜੀ, YouTube ਦੇ ਉੱਤੋਂ ਚਾਣਕਿਆ ਐਜੂਕੇਸ਼ਨ ਅਕੈਡਮੀ ਬਰਨਾਲਾ ਦਾ ਜਿਹੜਾ ਚੈਨਲ ਆ ਉਹਨੂੰ ਤੁਸੀਂ ਸਬਸਕ੍ਰਾਈਬ ਕਰ ਲੈਣਾ। ਬੈਲ ਆਈਕਨ ਨੂੰ ਪ੍ਰੈਸ ਕਰ ਲੈਣਾ ਤਾਂ ਕਿ ਕਿਸੇ ਵੀ ਪੋਸਟ ਦੇ ਨਾਲ ਰਿਲੇਟਡ ਅਸੀਂ ਜਿਹੜੀ ਜਾਣਕਾਰੀ ਅਪਲੋਡ ਕਰ ਦਿਆਂਗੇ, ਠੀਕ ਹੈ ਜੀ, ਉਹ ਤੁਹਾਡੇ ਤੱਕ ਜਿਹੜੀ ਸਭ ਤੋਂ ਪਹਿਲਾਂ ਪਹੁੰਚ ਸਕੇ। ਹਰ ਇੱਕ ਸਬਜੈਕਟ ਦੇ ਜਿਹੜੇ MCQ ਅਸੀਂ YouTube ਦੇ ਉੱਤੇ ਸੋਲਵ ਕਰਵਾਉਂਦੇ ਆ, ਤਾਂ ਉਹਦੇ ਲਈ ਤੁਸੀਂ ਸਾਡਾ ਜਿਹੜਾ ਚੈਨਲ ਆ ਉਹਨੂੰ ਸਬਸਕ੍ਰਾਈਬ ਕਰਕੇ ਰੱਖ ਲੈਣਾਗਾ। WhatsApp ਦੇ ਜਰੀਏ ਵੀ ਸਾਡੇ ਨਾਲ ਤੁਸੀਂ ਜੁੜ ਸਕਦੇ ਹੋ। ਠੀਕ ਹੈ ਜੀ, WhatsApp ਕਮਿਊਨਿਟੀ ਦੇ ਜਰੀਏ ਸਾਡੇ ਨਾਲ ਜੁੜ ਸਕਦੇ ਹੋ। WhatsApp ਤੇ ਜਿਹੜਾ ਡਾਇਰੈਕਟ ਮੈਸੇਜ ਸਾਨੂੰ ਕਰ ਸਕਦੇ ਹੋ। ਕਮਿਊਨਿਟੀ ਦਾ ਜਿਹੜਾ ਲਿੰਕ ਆ WhatsApp ਦਾ, ਉਹ ਵੀ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਪ੍ਰੋਵਾਈਡ ਕਰਵਾ ਦਿੱਤਾ ਜਾਊਗਾ। ਤਾਂ ਅੱਜ ਆਪਾਂ ਗੱਲ ਕਰਦੇ ਹਾਂ ਜੀ, ਅਗਲਾ ਜਿਹੜਾ ਆਪਾਂ ਲੈਸਨ ਪੜ੍ਹਨਾ ਗਾ ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤ। ਠੀਕ ਹੈ ਜੀ, ਇਹਦੇ ਜਿਹੜੇ ਆਪਾਂ MCQ ਸੋਲਵ ਕਰਨੇ ਨੇ। ਇਸ ਤੋਂ ਪਹਿਲਾਂ ਜਿਹੜੇ ਆਪਾਂ 3 ਲੈਸਨ ਆਲਰੇਡੀ ਜਿਹੜੇ ਸੋਲਵ ਕਰ ਲਏ ਨੇ, MCQ ਉਹਨਾਂ ਦੇ ਸੋਲਵ ਕਰ ਲਏ ਨੇਗੇ। ਜਿਹਦੇ ਵਿੱਚੋਂ ਆਪਾਂ ਨੇ ਪਹਿਲਾ ਲੈਸਨ ਜਿਹੜਾ ਪੜ੍ਹਿਆ ਸੀ ਸੰਵਿਧਾਨ ਦਾ ਪਹਿਲਾ ਭਾਗ ਜਿਹੜਾ ਪਾਰਟ ਬੋਲਦੇ ਹਾਂ। ਠੀਕ ਹੈ ਜੀ, ਪਹਿਲੇ ਪਾਰਟ ਦੇ ਵਿੱਚ ਆਪਾਂ ਨੇ ਪੜ੍ਹਿਆ ਸੀ ਕੇਂਦਰ ਅਤੇ ਸੰਘ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼, ਜਿਹੜੇ ਆਪਾਂ ਪੜ੍ਹੇ ਸੀ 1 ਤੋਂ ਲੈ ਕੇ 4 ਤੱਕ ਆਰਟੀਕਲ। ਦੂਜੇ ਲੈਸਨ ਦੇ ਵਿੱਚ ਆਪਾਂ ਨੇ ਸਿਟੀਜ਼ਨਸ਼ਿਪ ਦੀ ਗੱਲ ਕੀਤੀ ਸੀ, ਨਾਗਰਿਕਤਾ ਦੀ ਗੱਲ ਕੀਤੀ ਸੀ। 5 ਤੋਂ ਲੈ ਕੇ 11 ਤੱਕ ਆਪਾਂ ਨੇ ਆਰਟੀਕਲ ਕੀਤੇ ਸੀਗੇ। ਤੀਜਾ ਜਿਹੜਾ ਲੈਸਨ ਆਪਾਂ ਨੇ ਭਾਗ ਜਿਹੜਾ ਤੀਜਾ ਕੀਤਾ ਸੀਗਾ ਸੰਵਿਧਾਨ ਦਾ ਮੌਲਿਕ ਅਧਿਕਾਰਾਂ ਦੇ ਨਾਲ ਸੰਬੰਧਿਤ ਸੀਗਾ, ਜਿਹਦੇ ਵਿੱਚ ਆਪਾਂ ਨੇ 12 ਤੋਂ ਲੈ ਕੇ 35 ਤੱਕ ਮੌਲਿਕ ਅਧਿਕਾਰਾਂ ਦੀ ਜਾਣਕਾਰੀ ਦਿੱਤੀ ਸੀ। ਠੀਕ ਹੈ ਜੀ, ਅੱਜ ਆਪਾਂ ਜਿਹੜਾ ਸੰਵਿਧਾਨ ਦਾ ਚੌਥਾ ਭਾਗ ਲੈ ਕੇ ਆਏ ਜਿਹੜਾ ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਦੇ ਨਾਲ ਸੰਬੰਧਿਤ ਆ। ਠੀਕ ਹੈ ਜੀ, ਜਿਹੜੇ ਰਾਜ ਆਪਾਂ ਨੂੰ ਸਿਧਾਂਤਾਂ ਦੇ ਅਕੋਰਡਿੰਗ ਸਹੂਲਤਾਂ ਪ੍ਰਦਾਨ ਕਰਦਾ ਗਾ, ਉਹਨਾਂ ਨੂੰ ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤ ਬੋਲਿਆ ਜਾਂਦਾ। ਠੀਕ ਹੈ ਜੀ, ਅਗਲਾ ਵੀ ਲੈਸਨ ਜਿਹੜਾ ਆਪਾਂ ਮੌਲਿਕ ਕਰਤੱਵਾਂ ਦੇ ਨਾਲ ਰਿਲੇਟਡ ਆ, ਉਹਦੇ ਬਾਰੇ ਵੀਡੀਓ ਲੈ ਕੇ ਆਵਾਂਗੇ, ਜਿਹਦੇ ਵਿੱਚ ਆਪਾਂ 52A ਆਰਟੀਕਲ ਦੀ ਗੱਲ ਕਰਾਂਗੇ। ਫਿਲਹਾਲ ਆਪਣੇ ਕੋਲੇ ਜਿਹੜਾ ਗਾ DPSP ਬਾਰੇ ਆਪਾਂ ਗੱਲ ਕਰਾਂਗੇ। ਸਭ ਤੋਂ ਪਹਿਲਾਂ ਜਿਹੜਾ ਆਪਣੇ ਕੋਲੇ ਕੁਐਸਚਨ ਬਣ ਕੇ ਆਇਆ ਗਾ ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਦਾ ਵਰਣਨ। ਠੀਕ ਹੈ ਜੀ, ਇੰਗਲਿਸ਼ ਦੇ ਵਿੱਚ ਬੋਲਦੇ ਆ ਡਾਇਰੈਕਟਿਵ ਪ੍ਰਿੰਸੀਪਲਸ ਆਫ ਸਟੇਟ ਪੋਲਿਸੀ। ਸੰਵਿਧਾਨ ਦੇ ਕਿਸ ਭਾਗ ਵਿੱਚ ਆ? ਠੀਕ ਹੈ ਜੀ, ਇਹਨਾਂ ਦੀ ਜਾਣਕਾਰੀ ਜਾਂ ਇਹਨਾਂ ਦਾ ਵਰਣਨ ਸੰਵਿਧਾਨ ਦੇ ਜਿਹੜੇ ਕਿਸ ਭਾਗ ਦੇ ਵਿੱਚ ਹੈਗਾ, ਤਾਂ ਉਹ ਜਿਹੜਾ ਆਪਾਂ ਰਾਈਟ ਆਨਸਰ ਇਹਨਾਂ ਨੂੰ ਦੇਣਾ। ਠੀਕ ਹੈ ਜੀ, 8ਵਾਂ ਭਾਗ ਜਿਹੜਾ ਆਪਾਂ ਪੜਾਂਗੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨਾਲ ਸੰਬੰਧਿਤ ਆ। ਠੀਕ ਹੈ ਜੀ, ਯਾਦ ਰੱਖਣਾ ਹੈਗਾ 8 ਯੂਟੀਆਂ ਤੇ ਸੰਵਿਧਾਨ ਦਾ ਜਿਹੜਾ 8ਵਾਂ ਭਾਗ ਉਹਦੇ ਨਾਲ ਸੰਬੰਧਿਤ ਆ। ਇਹਦੇ ਵੀ ਆਪਾਂ MCQ ਜਿਹੜੇ ਨੇ ਅਪਲੋਡ ਕਰਾਂਗੇ। ਠੀਕ ਹੈ ਜੀ, 5ਵਾਂ ਜਿਹੜਾ ਲੈਸਨ ਹੈਗਾ ਯੂਨੀਅਨ ਐਗਜ਼ੀਕਿਊਟਿਵ। ਠੀਕ ਹੈ ਜੀ, ਸੈਂਟਰ ਸਰਕਾਰ ਦੇ ਨਾਲ ਸੰਬੰਧਿਤ ਆ, ਜਿਹੜਾ ਆਪਾਂ 52 ਤੋਂ 151 ਤੱਕ ਆਰਟੀਕਲ ਪੜਾਂਗੇ। ਤੀਜਾ ਜਿਹੜਾ ਆਪਾਂ ਮੌਲਿਕ ਅਧਿਕਾਰਾਂ ਬਾਰੇ ਪੜ੍ਹਿਆ 12 ਤੋਂ ਲੈ ਕੇ 35 ਤੱਕ, ਜੇ ਇਹਦੇ 'ਚ ਜਿਹੜੇ ਆਪਾਂ ਆਰਟੀਕਲ ਪੜ੍ਹੇ ਨੇ। ਠੀਕ ਹੈ ਜੀ, ਚੌਥਾ ਜਿਹੜਾ ਆਪਣੇ ਕੋਲੇ ਸੰਵਿਧਾਨ ਦਾ ਭਾਗ ਹੈਗਾ ਗਾ ਉਹ DPSP ਦੇ ਨਾਲ ਸੰਬੰਧਿਤ ਆ। ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਦੇ ਨਾਲ ਆਪਾਂ ਨੂੰ ਪੁੱਛਿਆ ਗਿਆ ਸੀ ਵੀ ਕਿਹੜਾ ਭਾਰਤੀ ਸੰਵਿਧਾਨ ਦਾ ਭਾਗ ਸੰਬੰਧਿਤ ਆ, ਤਾਂ ਉਹ ਚੌਥਾ ਭਾਗ ਜਿਹੜਾ
राजनीति के निर्देशक सिद्धांतों नाल संबंधित है। ठीक है जी, इनू याद भी रखना DPSP। ठीक है जी, जो शॉर्ट के लिखते हैं आप डायरैक्टिव प्रिंसीपल्स ऑफ स्टेट पॉलिसी नूं तां DPSP लिखते हैं। ठीक है जी, तो लिख भी लेना, एक बार याद रखना सौखा हो जाता। ठीक है जी, मौलिक आप 3 अखरां च लिखते हैं तो तीजा भाग पढ़िया सीगा, तो इत्थे लिख लेना DPSP। तो DPSP जो आप 4 ये करैक्टर लिखते हैं तो चौथा भाग जो संविधान का संबंधित आ वो डायरैक्टिव प्रिंसीपल्स ऑफ स्टेट पॉलिसी के नाल रिलेटेड है। ठीक है जी, ये याद रखना गा। तो इत्थे आइडेंटिफिकेशन ही आपको जी पुछी गई सी। उस तो बाद जो अपने को अगला क्वेश्चन बन के आउंदा गा, संविधान के भाग 4 में किन्ने अनुच्छेद हैं। तो संविधान के भाग 4 के किन्ने अनुच्छेद हैं। ठीक है जी, यह जोड़ा क्वेश्चन पुट भी हो चुके SSC के एग्जाम के। तो आप ए ऑप्शन जी 12 तो लैके 35 तक पढ़े सी मौलिक अधिकारों के संबंधित आर्टिकल पढ़े ने, 5 तो लैके 11 जोड़े आप नागरिकता के संबंधित पढ़े ने, 12 तो लैके 37 तक जी कोई ऑप्शन अपने को नहीं बनती, क्योंकि 37वां जोड़ा डेफिनेशन ऑफ DPSP बारे जो डेफिनेशन दिंदा 37 आर्टिकल, तो ये DPSP के चलिया गया 37 जोड़ा। तो 37 तो लैके 51 तक जोड़े आप पढ़ांगे आर्टिकल वो DPSP के संबंधित ने, भाग चौथे के संबंधित ने। पहला आपको पता हो भी भारतीय संविधान का भाग चौथा है कि, कई बार इस तरह पा दिता जाता भी भाग चौथा पा दिता जाता, तो भाग चौथा आप पिछले जो ऑलरेडी कर लिया भी भाग चौथा कि अपने को DPSP। ठीक है जी, वो किन्ने आर्टिकल ने 37 तो लैके 51 तक याद रखने ने, 37 तो लैके 51 तक। बाकी आप जो पिछले वीडियो के कवर कर ले ने। राजनीति के निर्देशक सिद्धांतों का विचार भारत ने किस देश तो लिया सी। तो इत्थे सब तो पहली जी ऑप्शन अपने को अमरीका। ठीक है जी, अमरीका तो आप फंडामेंटल राइट्स लए सी, प्रैम्बल लई सी। इंग्लैंड तो आपने सिटीजनशिप का आइडिया लिया सी। ठीक है जी, जापान तो आपने वो कानून लए ने जिन्हों के आधार पर सुप्रीम कोर्ट काम करती है। आयरलैंड या आयरस तो जोड़ा आप राजनीति के निर्देशक सिद्धांतों का आइडिया लिया सी, कंसैप्ट लिया। ठीक है जी, कंसैप्ट के उत्ते आप अलग जी वीडियो भी बना के अपलोड करांगे, किहड़ा कंसैप्ट आप भारतीय संविधान के किस देश तो लिया गया। तो इत्थे याद रखना गा, राजनीति के जोड़े निर्देशक सिद्धांत ने आयरलैंड तो लए गए हैं, आयरिश तो लए गए हैं। ठीक है जी, बाकी जोड़े आप अगली वीडियो के पिछली वीडियो के कवर कर लए ने। राजनीति निर्देशक सिद्धांत, राजनीति के निर्देशक सिद्धांतों का की उद्देश्य आ, तो इन्हों का उद्देश्य की है, सब तो पहले अपने को कल्याणकारी राज स्थापित करना। ठीक है जी, आर्थिक समाजिक लोकतंत्री सहायता करना। ठीक है जी, तो उपरोक्त दोवें जोड़े अपने को सही आ जाएंगे। तो दोवें जोड़े ने राजनीति के निर्देशक सिद्धांतों का उद्देश्य ने। ठीक है जी, कल्याणकारी राज भी, तो आर्थिक समाजिक तो लोकतंत्र की स्वतंत्रता भी यदा अपने को उद्देश्य है। उस तो बाद राजनीति निर्देशक सिद्धांत न्यायवादी हैं, न्याययोग नहीं हैं, उपरोक्त दोवें कुछ कहा नहीं जा सकता। तो इत्थे जिहड़ा अपने को राजनीति के निर्देशक सिद्धांत ने वो न्याययोग नहीं है, नॉट जस्टिसेबल ने। ठीक है जी, तो ये जस्टिस की जी है नहीं प्रक्रिया, आर्टिकल 37 के आप अगे करांगे भी। ठीक है जी, तो इत्थे बी ऑप्शन जी सही हो जू, राजनीति के निर्देशक सिद्धांत न्याययोग नहीं है, नॉट जस्टिसेबल ने। ठीक है जी, तो इस तो बाद अपने को अगला जो क्वेश्चन बन के आउंदा गा, राजनीतिक सिद्धांतों बारे गलत कथन की चोण करो। राजनीतिक निर्देशक जोड़े सिद्धांतों बारे आप गलत कथन की चोण करनी आ। ठीक है जी, हांवादी ने तो यह सही आ। उस तो बाद राज द्वारा दिते जाते हैं, तो राज द्वारा ये दिते जाते हैं, पर फंडामेंटल राइट्स जोड़े ने अपने आप प्राप्त हो जाते हैं। इत्थे ये हांवादी ने, पर वो की ने पॉजिटिव ने, पर फंडामेंटल राइट्स की ने वो नैगेटिव ने। ठीक है जी, ये भी याद रखना गा। इन्हों का जोड़ा खेत्र है समाजिक आर्थिक अभियोगता। ठीक है जी, वह जो खेत्र है पोलीटिकल फंडामेंटल राइट्स का, तो उपरोक्त विचों कोई भी गलत नहीं है। ठीक है जी, उपरोक्त के कोई भी गलत नहीं, सारे सही ने राजनीतिक निर्देशक सिद्धांतों को लेके। ठीक है जी, इत्थे जो डिफरेंस आपने करना होंगे फंडामेंटल राइट्स ते फंडामेंटल राइट्स ते राजनीति के निर्देशक सिद्धांतों के। तो तुसीं जो कॉलम बना लेना फंडामेंटल राइट्स, फंडामेंटल राइट्स। ठीक है जी, एक पासे तुसीं लिख लेना है DPSP। ये जोड़ा याद करना आपां सौखा हो जाता। सब तो पहला भाग तीजे में पढ़े सी आपने मौलिक अधिकार, भाग चौथे के आप पढ़े है DPSP। ठीक है जी, तो यह भाग चौथे नाल संबंधित है, यह भी एक पूछा जा सकता। ठीक है जी, इधरों आप पढ़े सीगे जी फंडामेंटल राइट्स की ने अपने को नावादी ने, नैगेटिव ने, नावादी ये की ने हांवादी ने, पॉजिटिव ने। नैगेटिव के मैंने ठीक है जी, किसी भी मौलिक अधिकार की उलंघना होंगी है तो संविधानिक ढांचे का जोड़ा विघन पै जाता, आप जो सुप्रीम कोर्ट चले जाने वो। ठीक है जी, अपने को व्यवस्था आर्टिकल 32 के आप सुप्रीम कोर्ट जा सकते हैं जेकर किसी भी मौलिक अधिकार की जी उलंघना होंगी है। पर DPSP के इदा नहीं, क्योंकि यह राज द्वारा देण ते ही प्राप्त होंगे है, जेकर उलंघना होंगी है तो राज वो जिम्मेवार नहीं होंदा। उस तो बाद तीजा आपने लिख लेना जी, यदा जो खेत्र फंडामेंटल राइट्स का वह राजनीतिक खेत्र है, पोलीटिकल एरिया है।
ठीक है जी। ਇਹਦਾ ਸੋਸ਼ਲ ਤੇ ਇਕਨੋਮਿਕ ਹੈਗਾ, ਠੀਕ ਹੈ ਜੀ, ਜਿਹੜਾ ਆਪਾਂ ਪੜ੍ਹਿਆ ਹੈਗਾ ਸਮਾਜਿਕ ਤੇ ਆਰਥਿਕ ਖੇਤਰ ਹੈਗਾ। ਤਾਂ ਇਹ ਕੁਝ ਇਹਦੇ ਜਿਹੜੇ ਡਿਫਰੈਂਸ ਨੇ ਇਹ ਯਾਦ ਰੱਖਣੇ ਹੁੰਦੇ ਨੇ ਆਪਾਂ ਨੇ, ਤਾਂ ਇਹ ਆਪਾਂ ਨੂੰ ਪੁੱਟ ਕੀਤੇ ਨੇ, ਇਹਦੇ ਨਾਲ ਜਿਹੜਾ ਹੈਗਾ ਸੌਖਾ ਹੋ ਜਾਂਦਾ ਯਾਦ ਰੱਖਣਾ, ਠੀਕ ਹੈ ਜੀ। ਇੱਕ ਯਾਦ ਰੱਖਣਾ ਹੈਗਾ ਜਿਹੜੇ ਫੰਡਾਮੈਂਟਲ ਰਾਈਟਸ ਨੇ ਇਹ ਆਪਣੇ ਆਪ ਪ੍ਰਾਪਤ ਹੋ ਜਾਂਦੇ ਨੇ, ठीक है जी। DPSP ਜਿਹੜੇ ਨੇ ਇਹ ਰਾਜ ਦੁਆਰਾ ਦੇਣ ਤੇ ਪ੍ਰਾਪਤ ਹੁੰਦੇ ਨੇ, ਜਿਸ ਕਰਕੇ ਆਪਣੀ ਡੀ ਆਪਸ਼ਨ ਸਹੀ ਹੋਈ ਆ। ਉਪਰੋਕਤ ਦੇ ਵਿੱਚੋਂ ਕੋਈ ਵੀ ਗਲਤ ਨਹੀਂ, ਸਾਰੇ DPSP ਨੂੰ ਲੈ ਕੇ ਸਹੀ ਨੇ, ਠੀਕ ਹੈ ਜੀ। ਜਿਹੜੇ ਆਪਾਂ ਇੱਧਰ ਕੀਤਾ ਗਾ ਤਾਂ ਇੱਧਰ ਜਿਹੜਾ ਆਪਾਂ ਕੀਤਾ ਸੀਗਾ ਇਹ ਹਾਂਵਾਦੀ, ਠੀਕ ਹੈ ਜੀ। ਇਹਦਾ ਖੇਤਰ ਜਿਹੜਾ ਹੈਗਾ ਰਾਜਨੀਤਿਕ ਤਾਂ ਇਹਦਾ ਆਰਥਿਕ ਤੇ ਸਮਾਜਿਕ ਖੇਤਰ ਹੈਗਾ, ਠੀਕ ਹੈ ਜੀ। ਇੱਧਰ ਜਿਹੜਾ ਆਪਾਂ ਕੀਤਾ ਸੀਗਾ ਰਾਜ ਦੁਆਰਾ ਦੇਣ ਤੇ ਪ੍ਰਾਪਤ ਹੁੰਦਾ, ਇਹ ਆਪਣੇ ਆਪ ਪ੍ਰਾਪਤ ਹੋ ਜਾਂਦੇ ਆ, ਠੀਕ ਹੈ ਜੀ। ਫੰਡਾਮੈਂਟਲ ਰਾਈਟਸ ਆਪਣੇ ਆਪ ਪ੍ਰਾਪਤ ਹੋ ਜਾਂਦੇ ਹਨ, ਇਹ ਰਾਜ ਦੁਆਰਾ ਦੇਣ ਤੇ ਪ੍ਰਾਪਤ ਹੁੰਦੇ ਨੇ, ਰਾਜ ਦੁਆਰਾ ਦੇਣ ਤੇ ਹੀ ਪ੍ਰਾਪਤ ਹੁੰਦੇ ਹਨ। ਤਾਂ ਇੱਧਰੋਂ ਜਿਹੜਾ ਆਪਣਾ ਡੀ ਆਪਸ਼ਨ ਇਸ ਕਰਕੇ ਸਹੀ ਹੋ ਗਈ ਕਿਉਂਕਿ ਸਾਰੇ ਆਪਾਂ ਨੂੰ DPSP ਬਾਰੇ ਪੁੱਛੇ ਗਏ ਸੀ, ਤਾਂ DPSP ਦੇ ਵਿੱਚ ਭਾਗ ਚੌਥੇ ਦੇ ਵਿੱਚ ਇਹਨਾਂ ਨੇ ਨਹੀਂ ਪਾਇਆ। ਕਈ ਵਾਰੀ ਇਹ ਵੀ ਕੁਐਸਚਨ ਬਣ ਜਾਂਦਾ ਗਾ DPSP ਆਪਾਂ ਜਿਹੜਾ ਪਿੱਛੇ ਪੜ੍ਹੀ ਲਿਆ ਗਾ, ਜੇ ਆਪਾਂ ਭਾਗ ਚੌਥੇ ਦੇ ਵਿੱਚ ਕੀਤਾ ਗਾ ਜਿਹਦੇ 37 ਤੋਂ 51 ਤੱਕ ਆਪਾਂ ਆਰਟੀਕਲ ਵੀ ਕਵਰ ਕਰ ਲੈਣ, ਠੀਕ ਹੈ ਜੀ। ਫੰਡਾਮੈਂਟਲ ਰਾਈਟਸ ਜਿਹੜੇ ਨਾਵਾਦੀ ਨੇ ਪਰ ਆਪਾਂ ਨੂੰ DPSP ਬਾਰੇ ਪੁੱਛਿਆ ਗਿਆ ਤਾਂ ਇਹ ਹਾਂਵਾਦੀ ਨੇ, ਤਾਂ ਹਾਂਵਾਦੀ ਸਹੀ ਆ, ਠੀਕ ਹੈ ਜੀ। ਇਹਨਾਂ ਦਾ ਖੇਤਰ ਜਿਹੜਾ ਗਾ ਆਰਥਿਕ ਤੇ ਸਮਾਜਿਕ ਆ, ਪਰ ਫੰਡਾਮੈਂਟਲ ਰਾਈਟਸ ਦਾ ਜਿਹੜਾ ਖੇਤਰ ਹੈਗਾ ਉਹ ਰਾਜਨੀਤਿਕ ਪੋਲੀਟੀਕਲ ਏਰੀਆ, ਇਹ ਰਾਜ ਦੁਆਰਾ ਦੇਣ ਤੇ ਜਿਹੜੇ ਪ੍ਰਾਪਤ ਹੁੰਦੇ ਨੇ। ਦੂਜੀ ਜਿਹੜੀ ਆਪਸ਼ਨ ਆਪਣੇ ਕੋਲੇ ਬਣੀ ਹੋਈ ਆ, ਪਰ ਫੰਡਾਮੈਂਟਲ ਰਾਈਟਸ ਜਿਹੜੇ ਨੇਗੇ ਉਹ ਆਪਣੇ ਆਪ ਪ੍ਰਾਪਤ ਹੋ ਜਾਂਦੇ ਨੇ, ਠੀਕ ਹੈ ਜੀ, ਜੇਕਰ ਅਸੀਂ ਕੰਡੀਸ਼ਨਸ ਫੋਲੋ ਕਰਦੇ ਹਾਂ, ਪੂਰੀਆਂ ਕਰਦੇ ਹਾਂ। ਤਾਂ ਇੱਥੇ ਜਿਹੜਾ ਆਪਣੇ ਕੋਲੇ ਡੀ ਆਪਸ਼ਨ ਸਹੀ ਹੋ ਗਈ, ਉਪਰੋਕਤ ਦੇ ਵਿੱਚੋਂ ਕੋਈ ਵੀ ਗਲਤ ਨਹੀਂ ਹੈਗਾ। ਹੇਠ ਲਿਖਿਆਂ ਵਿੱਚੋਂ ਸਹੀ ਕਥਨ ਦੀ ਜਿਹੜੀ ਆਪਾਂ ਨੇ ਚੋਣ ਕਰਨੀ ਆ। ਰਾਜਨੀਤਿਕ ਨਿਰਦੇਸ਼ਕ ਸਿਧਾਂਤ ਸੰਵਿਧਾਨ ਦੀ ਵਿਆਖਿਆ ਵਿੱਚ ਸਹਾਇਕ ਸਿੱਧ ਨੇ, ਠੀਕ ਹੈ ਜੀ। ਤਾਂ ਇਹ ਵੀ ਜਿਹੜਾ ਗਾ ਸਹੀ ਆ। ਰਾਜ ਦੇ ਸ਼ਾਸਨ ਦੀ ਬੁਨਿਆਦ ਹਨ, ਇਹ ਵੀ ਜਿਹੜਾ ਸਹੀ ਆ ਆਪਣੇ ਕੋਲੇ। ਨਾਟ ਬਾਉਂਡ ਵਿਦ ਐਨੀ ਪਾਰਟੀਕੂਲਰ ਆਈਡੀਓਲੋਜੀ, ਠੀਕ ਹੈ ਜੀ, ਇਹ ਬਾਉਂਡ ਨਹੀਂ ਹੁੰਦੇ, ਠੀਕ ਹੈ ਜੀ, ਕਿਸੇ ਵੀ ਪਾਰਟੀਕੂਲਰ ਆਈਡੀਓਲੋਜੀ ਦੁਆਰਾ। ਤਾਂ ਸਾਰੇ ਜਿਹੜੇ ਆਪਣੇ ਕੋਲੇ ਸਹੀ ਹਨ, ਠੀਕ ਹੈ ਜੀ। ਕਿਸੇ ਦੀ ਵਿਚਾਰਧਾਰਾ ਦੇ ਅਨੁਕੂਲ ਨਹੀਂ ਹੈਗੇ, ਇਹ ਕਿਸੇ ਇੱਕ ਵਿਅਕਤੀ ਦੀ ਵਿਚਾਰਧਾਰਾ ਦੇ ਅਨੁਕੂਲ ਨਹੀਂ ਹੈਗੇ, ਪਾਰਟੀਕੂਲਰ ਆਈਡੀਓਲੋਜੀ ਦੇ ਜਿਹਨੂੰ ਆਪਾਂ ਬੋਲਦੇ ਹਾਂ, ਤਾਂ ਸਾਰੇ ਸਹੀ ਨੇ। ਤਾਂ ਸਹੀ ਕਥਨ ਦੀ ਆਪਾਂ ਨੇ ਚੋਣ ਕਰਨੀ ਸੀ, ਤਾਂ ਡੀ ਆਪਸ਼ਨ ਆਪਣੇ ਕੋਲੇ ਸਹੀ ਆ, ਸਾਰੇ ਸਹੀ ਹਨ, ਠੀਕ ਹੈ ਜੀ। ਉਸ ਤੋਂ ਬਾਅਦ ਜਿਹੜਾ ਆਪਣੇ ਕੋਲੇ ਅਗਲਾ ਕੁਐਸਚਨ ਬਣ ਕੇ ਆਉਂਦਾ ਗਾ ਰਾਜਨੀਤਿਕ ਨਿਰਦੇਸ਼ਕ ਸਿਧਾਂਤ ਕਿੰਨੇ ਕਿਸਮ ਦੇ ਹੁੰਦੇ ਹਨ। ਰਾਜਨੀਤਿਕ ਨਿਰਦੇਸ਼ਕ ਸਿਧਾਂਤ ਜਿਹੜੇ ਆਪਾਂ ਪੜਾਂਗੇ 4 ਕਿਸਮ ਦੇ ਹੁੰਦੇ ਨੇ, ਠੀਕ ਹੈ ਜੀ। ਅੱਗੇ ਕੁਐਸਚਨ ਦੇ ਵਿੱਚ ਪੜਾਂਗੇ ਤਾਂ B ਆਪਸ਼ਨ ਦੇ ਵਿੱਚ ਆਪਣੇ ਕੋਲੇ 4 ਆਪਸ਼ਨ ਪਈ ਆ, ਤਾਂ B ਆਪਸ਼ਨ ਜਿਹੜੀ ਆਪਣੀ ਸਹੀ ਹੋ ਜੂਗੀ। ਤਾਂ ਕਿਹੜੇ ਕਿਹੜੇ 4 ਨੇ ਆਪਾਂ ਅਗਲੇ ਕੁਐਸਚਨ ਦੇ ਵਿੱਚ ਜਿਹੜਾ ਸੋਲਵ ਕਰਾਂਗੇ। ਹੇਠ ਲਿਖਿਆਂ ਵਿੱਚੋਂ ਕਿਹੜਾ ਰਾਜਨੀਤਿਕ ਸਿਧਾਂਤ ਹੈ, ਤਾਂ ਕਈ ਵਾਰੀ ਪਾ ਦਿੰਦੇ ਆ ਕਿਹੜਾ ਨਹੀਂ ਹੈ, ਠੀਕ ਹੈ ਜੀ। ਤਾਂ ਕਿਹੜੇ ਕਿਹੜੇ ਹੈਗੇ ਨੇ ਉਹ ਆਪਾਂ ਨੇ ਯਾਦ ਰੱਖਣੇ ਨੇ। ਸਮਾਜਵਾਦੀ ਵੀ ਆਪਾਂ ਜਿਹੜੇ ਪੜਾਂਗੇ DPSP ਦੇ ਵਿੱਚ, ਸੋਸ਼ਲਿਸਟ ਜਿਹਨੂੰ ਬੋਲਦੇ ਆ, ਉਦਾਰਵਾਦੀ ਜਿਨ੍ਹਾਂ ਨੂੰ ਆਪਾਂ ਲਿਬਰਲ ਬੋਲਦੇ ਆ, ਇਹ ਵੀ ਇਹਦੀ ਟਾਈਪ ਜਿਹੜੀ ਹੈਗੀ ਆ। ਗਾਂਧੀਵਾਦ ਗਾਂਧੀਅਨ ਜਿਹੜੇ ਆਪਾਂ ਪੜਾਂਗੇ। ਅੰਤਰਰਾਸ਼ਟਰੀ ਇੰਟਰਨੈਸ਼ਨਲ, ਉਪਰੋਕਤ ਸਾਰੇ ਰਾਜਨੀਤਿਕ ਸਿਧਾਂਤ ਨੇ, ਠੀਕ ਹੈ ਜੀ। ਤਾਂ ਇਹ ਆਪਸ਼ਨ ਆਪਣੇ ਕੋਲੇ ਸਹੀ ਹੋ ਜੂਗੀ, ਉਪਰੋਕਤ ਸਾਰੇ ਜਿਹੜੇ ਆਪਣੇ ਕੋਲੇ ਰਾਜਨੀਤਿਕ ਸਿਧਾਂਤ ਨੇ। ਤਾਂ ਇੱਥੋਂ ਜਿਹੜਾ ਆਪਣੇ ਕੋਲੇ ਇਹ ਆਪਸ਼ਨ ਸਹੀ ਹੋ ਗਈ। ਇਹ ਚਾਰੋਂ ਟਾਈਪਸ ਆਪਾਂ ਪੜ੍ਹਨੀਆਂ ਨੇ, ਠੀਕ ਹੈ ਜੀ। ਪਿਛਲੇ ਕੁਐਸਚਨ ਦੇ ਵਿੱਚ ਕਈ ਵਾਰੀ ਪੁੱਛਿਆ ਜਾਂਦਾ ਕਿੰਨੀ ਕਿਸਮ ਦੇ ਨੇ, ਤਾਂ 4 ਕਿਸਮ ਦੇ ਨੇ। ਕਿਹੜੇ ਕਿਹੜੇ ਨੇਗੇ ਉਹ ਯਾਦ ਰੱਖਣੇ ਨੇ, ਸਮਾਜਵਾਦੀ, ਉਦਾਰਵਾਦੀ, ਗਾਂਧੀਵਾਦੀ ਤੇ ਅੰਤਰਰਾਸ਼ਟਰੀ। ਕਈ ਵਾਰੀ ਪੁੱਛਿਆ ਜਾਂਦਾ ਹੁੰਦਾ ਵੀ ਕਿਹੜਾ ਨਹੀਂ ਹੈਗਾ ਗਾ ਇਹਨਾਂ ਵਿੱਚੋਂ DPSP ਦੇ ਨਾਲ ਸੰਬੰਧਿਤ, ਠੀਕ ਹੈ ਜੀ, ਤਾਂ ਉਹ ਦੱਸਣਾ ਹੁੰਦਾ। ਤਾਂ 4 ਜਿਹੜੇ ਹੈਗੇ ਨੇ ਇਹ ਯਾਦ ਰੱਖਣੇ ਆ। ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਦੀ ਪਰਿਭਾਸ਼ਾ ਸੰਵਿਧਾਨ ਦੇ ਕਿਸ ਭਾਗ ਵਿੱਚ ਜਿਹੜੀ ਜਾਂ ਕਿਸ ਅਨੁਛੇਦ ਦੇ ਵਿੱਚ ਦਿੱਤੀ ਗਈ ਆ, ਠੀਕ ਹੈ ਜੀ। ਤਾਂ ਇੱਥੇ ਅਨੁਛੇਦ ਨੀਚੇ ਲਿਖੇ ਹੋਏ ਨੇ, ਤਾਂ ਇੱਥੇ ਅਨੁਛੇਦ ਕਰ ਲੈਣਾ, ਠੀਕ ਹੈ ਜੀ। ਅਨੁਛੇਦ ਦੇ ਵਿੱਚ ਦਿੱਤੀ ਗਈ ਆ, ਤਾਂ ਅਨੁਛੇਦ ਜਿਹੜਾ ਇਹਦੇ ਨਾਲ ਸੰਬੰਧਿਤ ਆਪਣੇ ਕੋਲੇ 37 ਆਊਗਾ, ਕਿਉਂਕਿ ਕੋਈ ਵੀ ਪਾਰਟ ਜਿੱਥੋਂ ਸਟਾਰਟ ਹੁੰਦਾ ਗਾ ਤਾਂ ਉਹਦਾ ਜਿਹੜਾ ਪਹਿਲਾ ਆਰਟੀਕਲ ਆ ਉਹਦੀ ਪਰਿਭਾਸ਼ਾ ਹੀ ਦਿੰਦਾ। ਜੇਕਰ ਇਹੋ ਜਿਹਾ ਕੁਐਸਚਨ ਬਣ ਕੇ ਆਉਂਦਾ ਤਾਂ ਉਹਦਾ ਪਹਿਲਾ ਆਰਟੀਕਲ ਆਪਾਂ ਨੂੰ ਯਾਦ ਆ, ਤਾਂ ਪਹਿਲੇ ਆਰਟੀਕਲ ਦੇ ਵਿੱਚ ਉਹਦੀ ਪਰਿਭਾਸ਼ਾ ਆਊ। ਜਿਵੇਂ ਆਪਾਂ, ਠੀਕ ਹੈ ਜੀ, 12 ਆਰਟੀਕਲ ਪੜ੍ਹਿਆ ਸੀ, ਤਾਂ 12 ਦੇ ਵਿੱਚ ਡੈਫੀਨੇਸ਼ਨ ਆਫ ਸਟੇਟ ਜਿਹੜਾ 243 ਆਪਾਂ ਪੜ੍ਹਾਂਗੇ, ਠੀਕ ਹੈ ਜੀ, ਪੰਚਾਇਤੀ ਰਾਜ ਦੇ ਨਾਲ। ਤਾਂ ਪੰਚਾਇਤੀ ਰਾਜ ਦੀ ਉਹਦੇ ਵਿੱਚ ਪਰਿਭਾਸ਼ਾ, ਤਾਂ ਇੱਥੇ DPSP ਜਿਹੜਾ ਆਪਾਂ 37 ਤੋਂ 51 ਤੱਕ ਪੜ੍ਹਿਆ, ਤਾਂ 37 ਦੇ ਵਿੱਚ ਜਿਹੜੀ DPSP ਦੀ ਪਰਿਭਾਸ਼ਾ ਆਊ, ਠੀਕ ਹੈ ਜੀ। ਬਾਕੀ ਜਿਹੜੇ ਆਪਾਂ ਆਰਟੀਕਲ ਨੇ ਅਗਲੇ ਕੁਐਸਚਨਸ ਦੇ ਵਿੱਚ ਸੋਲਵ ਕਰਦੇ ਰਵਾਂਗੇ, ਜਿਵੇਂ 40 ਜਿਹੜਾ ਪੰਚਾਇਤੀ ਰਾਜ ਦੇ ਨਾਲ ਸੰਬੰਧਿਤ ਆ। ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤ ਨਿਆਂਯੋਗ ਨਹੀਂ ਹਨ, ਨਾਟ ਜਸਟਿਫਾਈਬਲ ਨੇ, ਠੀਕ ਹੈ ਜੀ। ਕਿਸ ਅਨੁਛੇਦ ਦੇ ਵਿੱਚ ਕਿਹਾ ਗਿਆ, ਤਾਂ ਇਹ ਆਪਾਂ ਪੜ੍ਹ ਹੀ ਲਿਆ ਆਲਰੇਡੀ। ਜਿਹੜਾ ਕਿਸ ਅਨੁਛੇਦ ਦੇ ਵਿੱਚ ਕਿਹਾ ਹੋਇਆਗਾ, 37 ਅਨੁਛੇਦ ਦੇ ਵਿੱਚ ਕਿਹਾ ਹੋਇਆਗਾ, ਠੀਕ ਹੈ ਜੀ, ਨਾਟ ਜਸਟਿਸੇਬਲ ਨੇ, ਠੀਕ ਹੈ ਜੀ। ਤਾਂ ਇੱਥੋਂ ਇਹ ਆਪਸ਼ਨ ਜਿਹੜੀ ਆਪਣੀ ਸਹੀ ਹੋ ਜੂਗੀ 11ਵੇਂ ਕੁਐਸਚਨ ਦੀ। ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤ ਨਿਆਂਯੋਗ ਨਹੀਂ ਹੈਗੇ, ਆਰਟੀਕਲ 37 ਦੇ ਅਕੋਰਡਿੰਗ ਯਾਦ ਰੱਖਣਾ ਹੈਗਾ। ਹੇਠ ਲਿਖਿਆਂ ਵਿੱਚੋਂ ਗਲਤ ਕਥਨ ਦੀ ਜਿਹੜੀ ਆਪਾਂ ਨੇ ਚੋਣ ਕਰਨੀ ਆ, ਤਾਂ ਹੇਠ ਲਿਖਿਆਂ ਵਿੱਚੋਂ ਦੱਸਣਾ ਵੀ ਕਿਹੜਾ ਗਲਤ ਹੈਗਾ, ਠੀਕ ਹੈ ਜੀ। ਤਾਂ ਆਪਾਂ ਗਲਤ ਕਥਨ ਦੀ ਇੱਥੇ ਚੋਣ ਜਿਹੜੀ ਕਰਨੀ ਆ। ਪਹਿਲਾ ਜਿਹੜਾ ਹੈਗਾ ਅਨੁਛੇਦ
38 ਵਿੱਚ ਸਮਾਜਿਕ ਆਰਥਿਕ ਤੇ ਰਾਜਨੀਤਿਕ ਨਿਆਂ ਦੀ ਸਥਾਪਨਾ ਕੀਤੀ ਜਾਵੇਗੀ। ਤਾਂ ਇਹ ਜਿਹੜੀ ਆਪਸ਼ਨ ਆਪਣੇ ਕੋਲੇ ਸਹੀ ਆ। ਠੀਕ ਹੈ ਜੀ। ਉਸ ਤੋਂ ਬਾਅਦ ਆਪਣੇ ਕੋਲੇ ਆ ਗਿਆ ਅਨੁਛੇਦ 39, ਇਸਤਰੀਆਂ ਤੇ ਮਰਦਾਂ ਲਈ ਬਰਾਬਰ ਕੰਮ ਕਰਨ ਲਈ ਬਰਾਬਰ ਮਜ਼ਦੂਰੀਆਂ ਦਾ ਪ੍ਰਬੰਧ ਕਰੇਗਾ, ਇਕੁਅਲ ਪੇ ਫॉर ਮੈਨ ਐਂਡ ਵੂਮੈਨ। ਠੀਕ ਹੈ ਜੀ। ਇਹ ਵੀ ਜਿਹੜਾ ਸਹੀ ਆ 39 ਆਰਟੀਕਲ ਦੇ ਵਿੱਚ ਇਹਦੀ ਵਿਵਸਥਾ। ਅਨੁਛੇਦ 41, ਆਪਣੀ ਆਰਥਿਕ ਸਮਰੱਥਾ ਤੇ ਵਿਕਾਸ ਦੀਆਂ ਸੀਮਾਵਾਂ ਅੰਦਰ ਰਹਿੰਦਾ ਹੋਇਆ ਲੋਕਾਂ ਨੂੰ ਕੰਮ ਕਰਨ ਦਾ ਅਧਿਕਾਰ, ਵਿੱਦਿਆ ਦਾ ਅਧਿਕਾਰ ਅਤੇ ਬੇਰੁਜ਼ਗਾਰੀ, ਬੁਢਾਪੇ, ਬਿਮਾਰੀ ਅਤੇ ਅਯੋਗਤਾ ਦੀ ਸੂਰਤ ਦੇ ਵਿੱਚ ਸਰਵਜਨਕ ਸਹਾਇਤਾ ਦਾ ਪ੍ਰਬੰਧ ਕਰੇਗਾ। ਤਾਂ ਆਰਟੀਕਲ 41 ਦੇ ਵਿੱਚ ਜਿਹੜੇ ਸਾਰੇ ਆਪਾਂ ਡੈਫੀਨੇਸ਼ਨਸ ਪੜ੍ਹਦੇ ਆਂਗੇ ਤਾਂ ਜਿਹੜਾ ਸੀ ਆਪਸ਼ਨ ਆਪਣੇ ਕੋਲੇ ਉਹ ਵੀ ਸਹੀ ਆ। ਆਪਾਂ ਨੇ ਗਲਤ ਦੀ ਚੋਣ ਕਰਨਾ। ਠੀਕ ਹੈ ਜੀ। ਵਾਰ-ਵਾਰ ਜਿਹੜਾ ਕੁਐਸਚਨ ਨੂੰ ਵੀ ਆਪਾਂ ਰਿਪੀਟ ਕਰਨਾ, ਕਈ ਵਾਰੀ ਆਪਾਂ ਇਸ ਭੁਲੇਖੇ ਦੇ ਵਿੱਚ ਗਲਤ ਲਾਇਆ ਹੁੰਦੇ ਹਾਂ ਕਿਉਂਕਿ ਆਪਾਂ ਕੁਐਸਚਨ ਭੁੱਲ ਜਾਂਦੇ ਵੀ ਕੀ ਪੁੱਛਿਆ ਗਿਆ, ਕਿਉਂਕਿ ਇੱਥੇ ਸਾਰੇ ਸਹੀ ਹੋ ਰਹੇ ਨੇ ਤਾਂ ਕਈ ਵਾਰੀ ਮਾਈਂਡ 'ਚ ਆ ਜਾਂਦਾ ਵੀ ਕੀ ਪਤਾ ਸਹੀ ਪੁੱਛਿਆ ਹੋਵੇ। ਠੀਕ ਹੈ ਜੀ। ਉੱਪਰੋਂ ਵਾਰ-ਵਾਰ ਪੜ੍ਹਨਾ ਗਲਤ ਪੁੱਛਿਆ ਤਾਂ ਤਿੰਨੋਂ ਜਿਹੜੇ ਆਪਣੇ ਕੋਲੇ ਸਹੀ ਹੋ ਗਏ। ਹੁਣ ਚੌਥੀ ਜਿਹੜੀ ਆਪਸ਼ਨ ਆਪਣੇ ਕੋਲੇ ਅਨੁਛੇਦ 40, ਗਰਭਵਤੀ ਇਸਤਰੀਆਂ ਲਈ ਜਣੇਪੇ ਦੀ ਸਹਾਇਤਾ ਕਰੇਗਾ, ਤਾਂ ਇਹ ਗਲਤ ਹੈਗਾ। ਠੀਕ ਹੈ ਜੀ। ਡੀ ਆਪਸ਼ਨ ਜਿਹੜੀ ਆਪਣੀ ਸਹੀ ਹੋ ਜੂਗੀ। ਆਪਾਂ ਗਲਤ ਦੀ ਚੋਣ ਕਰਨੀ ਸੀ। 40 ਆਰਟੀਕਲ ਦੇ ਵਿੱਚ ਜਿਹੜੀ ਪੰਚਾਇਤੀ ਰਾਜ ਦੇ ਗਠਨ ਦੀ ਵਿਵਸਥਾ, ਜਿਹੜੀ ਗਰਭਵਤੀ ਇਸਤਰੀਆਂ ਲਈ ਜਣੇਪੇ ਦੀ ਸਹਾਇਤਾ ਆਰਟੀਕਲ 42 ਦੇ ਵਿੱਚ ਆਪਾਂ ਪੜਾਂਗੇ। ਠੀਕ ਹੈ ਜੀ। ਇੱਥੇ ਡੀ ਆਪਸ਼ਨ ਆਪਣੀ ਸਹੀ ਹੋ ਜਾਂਦੀ ਆ। ਅਗਲਾ ਕੁਐਸਚਨ, ਹੇਠ ਲਿਖਿਆਂ ਵਿੱਚੋਂ ਸਹੀ ਕਥਨ ਦੀ ਚੋਣ। ਹੁਣ ਫਿਰ ਆਪਾਂ ਨੇ ਜਿਹੜੀ ਆਪਾਂ ਸਹੀ ਕਥਨ ਦੀ ਚੋਣ ਕਰਨੀ ਆ। ਪਹਿਲਾਂ ਗਲਤ ਕਥਨ ਦੀ ਕੀਤੀ, ਹੁਣ ਸਹੀ ਦੀ ਕਰਨੀ ਆ। ਅਨੁਛੇਦ 43, ਲਘੂ ਉਦਯੋਗਾਂ ਨਾਲ ਸੰਬੰਧਿਤ ਕਾਰੋਬਾਰ ਵਿੱਚ ਜਾਂ ਕਾਰੋਬਾਰ ਨੂੰ ਭਾਗ ਲੈਣ ਦੇ ਮੌਕੇ ਪ੍ਰਾਪਤ ਹੋਣ। ਠੀਕ ਹੈ ਜੀ। ਅਨੁਛੇਦ 43 ਦੇ ਵਿੱਚ ਜਿਹੜੀ ਆਪਣੇ ਕੋਲੇ ਉਦਯੋਗਾਂ ਨਾਲ ਸੰਬੰਧਿਤ ਕਾਰੋਬਾਰ ਬਾਰੇ ਜਿਹੜੀ ਉਹਦੇ ਵਿੱਚ ਡੈਫੀਨੇਸ਼ਨ ਦਿੱਤੀ ਹੋਈ ਹੈ ਤਾਂ ਆਰਟੀਕਲ 43 ਦੇ ਅਕੋਰਡਿੰਗ ਇਹ ਸਹੀ ਹੈਗਾ। ਅਨੁਛੇਦ 44, ਯੂਨੀਫਾਰਮ ਸਿਵਲ ਕੋਡ। ਠੀਕ ਹੈ ਜੀ। ਸਮਾਨ ਸਹਾਇਤਾ ਜਿਹੜੀ ਗੋਆ ਦੇ ਵਿੱਚ ਲਾਗੂ ਆ, ਤਾਂ ਯਾਦ ਰੱਖਣਾਗਾ 4 ਤੇ 4 ਸਮਾਨ ਨੇ, ਤਾਂ ਸਮਾਨ ਸਹਾਇਤਾ ਦੇ ਨਾਲ ਆਰਟੀਕਲ 44 ਸੰਬੰਧਿਤ ਆ, ਜਿਹਨੂੰ ਯੂਨੀਫਾਰਮ ਸਿਵਲ ਕੋਡ ਬੋਲਿਆ ਜਾਂਦਾ। ਤਾਂ ਬੀ ਆਪਸ਼ਨ ਜਿਹੜੀ ਆਪਣੇ ਕੋਲੇ ਸਹੀ ਹੋ ਜੂਗੀ। ਅਨੁਛੇਦ 44 ਗੋਆ ਦੇ ਵਿੱਚ ਜਿਹੜਾ ਲਾਗੂ ਹੈਗਾ। ਠੀਕ ਹੈ ਜੀ। ਯੂਨੀਫਾਰਮ ਸਿਵਲ ਕੋਡ ਜਿਹੜਾ ਆਪਾਂ ਪੜ੍ਹਿਆ 44 ਦੇ ਵਿੱਚ ਸਮਾਨ ਸਹਾਇਤਾ, ਤਾਂ ਇਹ ਗੋਆ ਦੇ ਵਿੱਚ ਜਿਹੜਾ ਲਾਗੂ ਆ। ਇਹ ਵੀ ਆਪਸ਼ਨ ਆਪਣੇ ਕੋਲੇ ਸਹੀ ਆ। ਅਨੁਛੇਦ 40 ਪੰਚਾਇਤੀ ਰਾਜ ਨਾਲ ਸੰਬੰਧਿਤ ਹੈ। ਠੀਕ ਹੈ ਜੀ। ਪੰਚਾਇਤੀ ਰਾਜ ਦੇ ਜਿਹੜੇ ਗਠਨ ਦੀ ਵਿਵਸਥਾ ਕੀਤੀ ਜਾਂਦੀ ਹੈ ਆਰਟੀਕਲ 40 ਦੇ ਅਕੋਰਡਿੰਗ ਕੀਤੀ ਜਾਂਦੀ ਆ। ਤਾਂ ਡੀ ਆਪਸ਼ਨ ਵੀ ਜਿਹੜੀ ਆਪਣੇ ਕੋਲੇ ਸਹੀ ਆ। ਇਹ ਆਪਸ਼ਨ ਆਪਣੇ ਕੋਲੇ ਜਿਹੜੀ ਸਹੀ ਹੋ ਜੂ। ਸਾਰੇ ਸਹੀ ਨੇ ਉਪਰੋਕਤ, ਤਾਂ ਇੱਥੇ ਇਹ ਆਪਸ਼ਨ ਆਪਣੀ ਸਹੀ ਹੋ ਜਾਂਦੀ ਆ। ਉਸ ਤੋਂ ਬਾਅਦ ਜਿਹੜਾ ਅਗਲਾ ਕੁਐਸਚਨ ਆਪਣੇ ਕੋਲ ਬਣ ਕੇ ਆਉਂਦਾ ਗਾ, ਕਿਸ ਰਾਜਨੀਤਿਕ ਨਿਰਦੇਸ਼ਕ ਸਿਧਾਂਤ ਵਿੱਚ ਮੁਫਤ ਅਤੇ ਲਾਜ਼ਮੀ ਸਿੱਖਿਆ ਦਾ ਜਿਹੜਾ ਅਧਿਕਾਰ ਆ। ਤਾਂ ਮੁਫਤ ਤੇ ਲਾਜ਼ਮੀ ਸਿੱਖਿਆ ਦਾ ਜਿਹੜਾ ਅਧਿਕਾਰ ਆਪਣੇ ਕੋਲੇ ਆਰਟੀਕਲ 45 ਦੇ ਵਿੱਚ। ਠੀਕ ਹੈ ਜੀ। ਤਾਂ ਬੀ ਆਪਸ਼ਨ ਜਿਹੜੀ ਇੱਥੇ ਸਹੀ ਹੋ ਜੂਗੀ। ਆਰਟੀਕਲ 45 ਦੇ ਵਿੱਚ ਮੁਫਤ ਤੇ ਲਾਜ਼ਮੀ ਸਿੱਖਿਆ ਦੀ ਵਿਵਸਥਾ ਦਿੱਤੀ ਗਈ ਹੈ। ਕਈ ਵਾਰੀ ਕੁਐਸਚਨ ਪੁੱਛਿਆ ਜਾਂਦਾ ਹੁੰਦਾ ਗਾ ਕਿਹੜੇ ਅਨੁਛੇਦ ਜਿਹੜੇ ਨੇਗੇ ਐਜੂਕੇਸ਼ਨ ਦੇ ਨਾਲ ਸੰਬੰਧਿਤ ਨੇ, ਤਾਂ ਐਜੂਕੇਸ਼ਨ ਨਾਲ ਕਿਹੜੇ ਆਪਾਂ ਆਰਟੀਕਲ ਪੜ੍ਹ ਲਏ ਨੇ ਉਹ ਵੀ ਯਾਦ ਰੱਖਣੇ ਨੇ। ਠੀਕ ਹੈ ਜੀ। ਸਭ ਤੋਂ ਪਹਿਲਾਂ ਆਪਾਂ ਪੜ੍ਹਿਆ ਹੈਗਾ ਆਰਟੀਕਲ 45, ਆਰਟੀਕਲ 21A, ਆਰਟੀਕਲ 51A। ਠੀਕ ਹੈ ਜੀ। ਇਹ ਸਾਰੇ ਜਿਹੜੇ ਨੇ ਐਜੂਕੇਸ਼ਨ ਦੇ ਨਾਲ ਸੰਬੰਧਿਤ ਨੇ। ਇਹ ਪੰਜਾਬ ਪੁਲਿਸ ਦੇ ਵਿੱਚ ਕੁਐਸਚਨ ਜਿਹੜਾ ਪੁੱਟ ਕਰ ਵੀ ਲਿਆ ਗਿਆ। ਠੀਕ ਹੈ ਜੀ। ਤਾਂ ਯਾਦ ਰੱਖਣਾ ਆਰਟੀਕਲ 45 ਜਿਹੜਾ DPSP ਦੇ ਵਿੱਚ ਪੜ੍ਹਿਆ ਆਪਾਂ, 21A ਜਿਹੜਾ ਆਪਾਂ ਫੰਡਾਮੈਂਟਲ ਰਾਈਟਸ ਦੇ ਵਿੱਚ ਪੜ੍ਹਿਆ, 51A ਜਿਹੜਾ ਆਪਾਂ ਮੌਲਿਕ ਕਰਤੱਵਾਂ ਦੇ ਵਿੱਚ ਪੜਾਂਗੇ, ਜਿਹਦੇ ਵਿੱਚ 11ਵਾਂ ਜਿਹੜਾ ਆਪਣਾ ਮੌਲਿਕ ਕਰਤੱਵ ਹੈਗਾ ਉਹ ਸਿੱਖਿਆ ਦੇ ਨਾਲ ਸੰਬੰਧਿਤ ਆ। ਠੀਕ ਹੈ ਜੀ। 51A ਬਾਅਦ ਚ ਪੜਾਂਗੇ ਆਪਾਂ, ਕਿਉਂਕਿ ਅੱਜ ਆਪਾਂ 37 ਤੋਂ ਲੈ ਕੇ 51 ਤੱਕ ਜਿਹੜੇ DPSP ਦੇ ਜਿਹੜੇ ਕੁਐਸਚਨ ਨੇ ਉਹ ਸੋਲਵ ਕਰਾਂਗੇ। ਤਾਂ 51A ਜਿਹੜਾ ਮੌਲਿਕ ਕਰਤੱਵਾਂ ਦੇ ਵਿੱਚ ਚਲਿਆ ਗਿਆ, ਪਰ ਇਹ ਐਜੂਕੇਸ਼ਨ ਦੇ ਨਾਲ ਸੰਬੰਧਿਤ ਆ, ਤਾਂ ਕਰਕੇ ਤਿੰਨ ਜਿਹੜੇ ਇਹ ਯਾਦ ਰੱਖਣੇ ਨੇ। ਆਰਟੀਕਲ 45, 21A, ਠੀਕ ਹੈ ਜੀ, 51A, ਤਿੰਨੋਂ ਜਿਹੜੇ ਨੇਗੇ ਐਜੂਕੇਸ਼ਨ ਦੇ ਨਾਲ, ਸਿੱਖਿਆ ਦੇ ਨਾਲ ਸੰਬੰਧਿਤ ਨੇ। ਠੀਕ ਹੈ ਜੀ। ਇਹ ਯਾਦ ਰੱਖਣਾਗਾ। ਇਹ ਜਿਹੜਾ ਕੁਐਸਚਨ ਪੁੱਟ ਵੀ ਕੀਤਾ ਜਾ ਚੁੱਕਿਆ। ਤਾਂ ਅਗਲਾ ਜਿਹੜਾ ਆਪਣੇ ਕੋਲੇ ਕੁਐਸਚਨ ਬਣ ਕੇ ਆਉਂਦਾ ਗਾ, ਸੰਵਿਧਾਨ ਦੇ ਕਿਸ ਅਨੁਛੇਦ ਵਿੱਚ ਖੁਰਾਕੀ ਪੱਧਰ ਤੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਅਤੇ ਉਹਨਾਂ ਦੀ ਸਿਹਤ ਨੂੰ ਸੁਧਾਰਨ ਦਾ ਜਿਹੜਾ ਯਤਨ ਕੀਤਾ ਗਿਆ। ਤਾਂ ਆਰਟੀਕਲ 47 ਦੇ ਵਿੱਚ ਜਿਹੜਾ ਖੁਰਾਕੀ ਪੱਧਰ ਦੀ ਗੱਲ ਕੀਤੀ ਗਈ ਹੈ, ਖੁਰਾਕੀ ਪੱਧਰ ਤੇ ਸਿਹਤ ਨੂੰ ਸੁਧਾਰਨ ਦੀ ਗੱਲ 47 ਦੇ ਵਿੱਚ ਕੀਤੀ ਗਈ ਹੈ। ਠੀਕ ਹੈ ਜੀ। 46 ਦੇ ਵਿੱਚ ਆਪਾਂ SC ST ਲਈ ਵਿਸ਼ੇਸ਼ ਰਾਖਵਾਂਕਰਨ ਸਿੱਖਿਆ ਤੇ ਨੌਕਰੀਆਂ ਦੇ ਵਿੱਚ ਉਹ ਪੜਾਂਗੇ। ਠੀਕ ਹੈ ਜੀ। 48 ਆਰਟੀਕਲ ਜਿਹੜਾ ਦੁਧਾਰੂ ਪਸ਼ੂਆਂ ਦੀ ਹੱਤਿਆ ਦੇ ਉੱਪਰ ਰੋਕ ਲਗਾਉਂਦਾ। 49 ਬਾਰੇ ਜਿਹੜਾ ਆਪਾਂ ਅਗਲੇ ਕੁਐਸਚਨ ਦੇ ਵਿੱਚ ਡਿਸਕਸ ਕਰਾਂਗੇ। ਤਾਂ ਇੱਥੇ C ਆਪਸ਼ਨ ਜਿਹੜੀ ਆਪਣੀ ਸਹੀ ਹੋ ਗਈ। ਖੁਰਾਕੀ ਪੱਧਰ ਤੇ ਕਈ ਵਾਰੀ ਪਾ ਦਿੱਤਾ ਜਾਂਦਾ, ਤਾਂ ਖੁਰਾਕੀ ਪੱਧਰ ਤੇ ਜਿਹੜਾ ਸਿਹਤ ਸੁਧਾਰਨ ਦੇ ਲਈ ਆਰਟੀਕਲ ਵਿਵਸਥਾ ਕੀਤੀ ਜਾਂਦੀ ਆ ਆਰਟੀਕਲ 47। ਠੀਕ ਹੈ ਜੀ। ਇਹ ਮਿਡ ਡੇ ਮੀਲ ਦੇ ਨਾਲ ਵੀ ਸੰਬੰਧਿਤ ਆ, ਉਹ ਵੀ ਆਪਾਂ ਅੱਗੇ ਕਵਰ ਕਰਾਂਗੇ। ਵਾਤਾਵਰਣ ਦੀ ਸੁਰੱਖਿਆ, ਜੰਗਲ ਅਤੇ ਜੰਗਲੀ ਜੀਵਨ ਨਾਲ ਸੰਬੰਧਿਤ ਅਨੁਛੇਦ 48A ਕਿਸ ਸੰਵਿਧਾਨਿਕ ਸੋਧ ਰਾਹੀਂ ਜੋੜਿਆ ਗਿਆ। ਤਾਂ 48A ਜਿਹੜਾ ਆਰਟੀਕਲ ਆਪਣੇ ਕੋਲੇ ਵਾਤਾਵਰਣ ਦੀ ਸੁਰੱਖਿਆ ਤੇ ਜੰਗਲੀ ਸੁਰੱਖਿਆ ਦੇ ਨਾਲ ਸੰਬੰਧਿਤ ਆ। ਇਹ ਯਾਦ ਰੱਖਣਾ ਹੈਗਾ ਆਰਟੀਕਲ 48A।
ठीक है जी। तो किहड़ी संविधानिक सोध राਹੀਂ इहनूं जोड़िया गया, तो 42वीं सोध राਹੀਂ इहनूं जोड़िया गया। ठीक है जी। जिन्ने पिछे भी ए आऊगी, जिहड़े भी आर्टिकल ए दे नाल संबंधित ने, जिवें 48 ए 43 ए, जिहदे पिछे भी आपां नूं ए मिलदी है, वो सारे जिहड़े ने 42वीं सोध 1970 राਹੀਂ जिहड़े DPSP दे विच जोड़े गए ने। तो ये ट्रिक जिहड़ा इहनूं याद रखण दा सोध नूं, तो 42वीं सोध 1970 दे विच आपां पढ़ी आ। 44वीं सोध जिहड़ी 1978 दे विच आपां पढ़ी सी, फंडामेंटल राइट्स दे विच पढ़ी सी, जिहदे नाल आर्टिकल 31 ਨੂੰ ਜਿਹੜਾ ਸੰਪत्ति ਦਾ ਅਧਿਕਾਰ ਸੀ ਉਹਨੂੰ 12ਵੇਂ ਭਾਗ ਦੇ ਵਿੱਚ ਜੋੜਿਆ ਸੀ। ਉਹ ਆਪਾਂ ਪਿਛਲੀ ਵੀਡੀਓ ਦੇ ਵਿੱਚ ਡਿਸਕਸ ਉਹਦੇ ਬਾਰੇ ਕੀਤੀ ਹੋਈ ਆ। ਅਗਲਾ ਜਿਹੜਾ ਕੁਐਸਚਨ ਆ, ਇਤਿਹਾਸਿਕ ਅਤੇ ਕਲਾਤਮਕ ਦ੍ਰਿਸ਼ਟੀ ਤੋਂ ਮਹੱਤਵਪੂਰਨ ਸਥਾਨਾਂ ਨੂੰ ਖਰਾਬ ਹੋਣ, ਨਸ਼ਟ ਹੋਣ ਅਤੇ ਕਰੂਪ ਹੋਣ ਤੋਂ ਬਚਾਉਣ ਨਾਲ ਸੰਬੰਧਿਤ ਅਨੁਛੇਦ ਕਿਹੜਾ? ਤਾਂ ਇਹਦੇ ਵਿੱਚ ਆਪਾਂ ਆਰਟੀਕਲ ਜਿਹੜਾ ਪੜਾਂਗੇ 49 ਪੜਾਂਗੇ। ਠੀਕ ਹੈ ਜੀ। 49 ਆਰਟੀਕਲ ਜਿਹੜਾ ਗਾ ਇਤਿਹਾਸਿਕ ਇਮਾਰਤਾਂ ਦੀ ਸੁਰੱਖਿਆ ਦੇ ਨਾਲ ਸੰਬੰਧਿਤ ਆ। ਤਾਂ ਇੱਥੇ ਡੀ ਆਪਸ਼ਨ ਜਿਹੜੀ ਆਪਣੀ ਸਹੀ ਹੋ ਜੂਗੀ। 37 ਜਿਹੜਾ ਆਪਾਂ ਪੜ੍ਹਿਆ ਸੀਗਾ ਪਿੱਛੇ, ਨਾਟ ਜਸਟਿਸੇਬਲ। ਠੀਕ ਹੈ ਜੀ। ਤਾਂ ਇੱਥੇ ਡੀ ਆਪਸ਼ਨ ਆਪਣੀ ਸਹੀ ਹੋ ਜੂਗੀ। ਇਤਿਹਾਸਿਕ ਇਮਾਰਤਾਂ ਤੇ ਕਲਾਤਮਕ ਦ੍ਰਿਸ਼ਟੀ ਤੋਂ ਜਿਹੜੇ ਇਤਿਹਾਸਿਕ ਇਮਾਰਤਾਂ ਨੂੰ ਸੁਰੱਖਿਅਤ ਰੱਖਣ ਦੀ ਗੱਲ ਕਰਦਾ ਆਰਟੀਕਲ 49 ਕਰਦਾ ਗਾ। ਅਨੁਛੇਦ 46 ਦਾ ਸੰਬੰਧ ਜਿਹੜਾ ਆਪਾਂ ਪਿੱਛੇ ਪੜ੍ਹਿਆ ਸੀ, ਅਨੁਛੇਦ 46 ਦਾ ਸੰਬੰਧ ਜਿਹੜਾ ਕਾਹਦੇ ਨਾਲ ਆ? ਤਾਂ ਆਪਣੇ ਕੋਲ ਜਿਹੜਾ ਪਹਿਲਾ ਆ ਗਿਆ ਮੁਫਤ ਤੇ ਲਾਜ਼ਮੀ ਸਿੱਖਿਆ ਦੇ ਨਾਲ ਆਪਾਂ ਪੜ੍ਹਿਆ ਸੀ, ਆਰਟੀਕਲ 45 ਸੰਬੰਧਿਤ ਆ। ਤਾਂ ਆਰਟੀਕਲ 45 ਇਹਦੇ ਨਾਲ ਸੰਬੰਧਿਤ ਆ। ਪੰਚਾਇਤੀ ਰਾਜ ਦਾ ਗਠਨ ਜਿਹੜਾ ਆਰਟੀਕਲ 40 ਆਪਾਂ ਪੜ੍ਹਿਆ ਹੈਗਾ। ਜਣੇਪੇ ਦੀ ਸਹੂਲਤ ਜਿਹੜਾ ਆਰਟੀਕਲ 42 ਆਪਾਂ ਪੜ੍ਹਿਆ ਸੀ। ਜਣੇਪੇ ਦੀ ਸਹੂਲਤ ਜਿਹੜੀ ਦਿੱਤੀ ਜਾਂਦੀ ਆਰਟੀਕਲ 42 ਦੇ ਅਕੋਰਡਿੰਗ ਦਿੱਤੀ ਜਾਂਦੀ ਆ। SC ਅਤੇ ST ਲਈ ਸਿੱਖਿਆ ਅਤੇ ਨੌਕਰੀਆਂ ਵਿੱਚ ਰਾਖਵਾਂਕਰਨ ਆਰਟੀਕਲ 46 ਦੇ ਵਿੱਚ ਇਹਦੀ ਵਿਵਸਥਾ ਕੀਤੀ ਗਈ ਆ। ਤਾਂ ਇੱਥੇ ਡੀ ਆਪਸ਼ਨ ਜਿਹੜੀ ਆਪਣੇ ਕੋਲੇ ਸਹੀ ਹੋ ਜੂਗੀ। ਉਸ ਤੋਂ ਬਾਅਦ ਜਿਹੜਾ ਆਪਣੇ ਕੋਲੇ ਅਗਲਾ ਕੁਐਸਚਨ ਬਣ ਕੇ ਆਉਂਦਾ ਗਾ, ਜਨਤਕ ਸਭਾਵਾਂ ਵਿੱਚ ਨਿਆਂਪਾਲਿਕਾ ਨੂੰ ਕਾਰਜਪਾਲਿਕਾ ਤੋਂ ਅਲੱਗ ਕਰਨ ਦਾ ਯਤਨ ਕਰੇਗਾ। ਠੀਕ ਹੈ ਜੀ। ਤਾਂ ਨਿਆਂਪਾਲਿਕਾ ਤੋਂ ਕਾਰਜਪਾਲਿਕਾ ਨੂੰ ਜਿਹੜਾ ਅਲੱਗ ਕਰਨ ਦਾ ਯਤਨ ਕਰੂਗਾ ਆਰਟੀਕਲ 50 ਆਪਣੇ ਕੋਲੇ ਕਰੂਗਾ। ਠੀਕ ਹੈ ਜੀ। ਯਾਦ ਰੱਖਣਾ, ਨਿਆਂਪਾਲਿਕਾ ਤੇ ਕਾਰਜਪਾਲਿਕਾ ਨੂੰ 50-50 ਰੂਪ ਦੇ ਵਿੱਚ ਵੰਡ ਲਿਆ ਜਾਂਦਾ ਗਾ, ਅਲੱਗ-ਅਲੱਗ ਕਰ ਲਿਆ ਜਾਂਦਾ। ਤਾਂ 50-50 ਇਹਦਾ ਟ੍ਰਿਕ ਹੈ। ਠੀਕ ਹੈ ਜੀ। ਨਿਆਂਪਾਲਿਕਾ ਤੇ ਕਾਰਜਪਾਲਿਕਾ ਨੂੰ ਵੱਖ ਕਰਦਾ ਆਰਟੀਕਲ 50। ਤਾਂ ਡੀ ਆਪਸ਼ਨ ਆਪਣੀ ਸਹੀ ਹੋ ਜੂਗੀ। ਠੀਕ ਹੈ ਜੀ। 48 ਇਹ ਆਪਾਂ ਪਿੱਛੇ ਪੜ੍ਹ ਹੀ ਲਿਆ, 42ਵੀਂ ਸੋਧ 1970 ਰਾਹੀਂ ਜੋੜਿਆ ਗਿਆ ਸੀ। ਠੀਕ ਹੈ ਜੀ। 51 ਜਿਹੜਾ ਇੰਟਰਨੈਸ਼ਨਲ ਪੀਸ ਐਂਡ ਸਿਕਿਉਰਿਟੀ ਨੂੰ ਪ੍ਰਮੋਟ ਕਰਦਾ ਗਾ। 48 ਜਿਹੜਾ ਦੁਧਾਰੂ ਪਸ਼ੂਆਂ ਦੀ ਹੱਤਿਆ ਦੇ ਉੱਪਰ ਰੋਕ ਲਗਾਉਂਦਾ ਗਾ। ਠੀਕ ਹੈ ਜੀ। 48 ਇਹਦੇ ਵਿੱਚ ਆਪਾਂ ਵਾਤਾਵਰਨ ਦੀ ਸੁਰੱਖਿਆ ਪੜ੍ਹੀ ਸੀ। ਹੇਠ ਲਿਖਿਆਂ ਵਿੱਚੋਂ ਸਹੀ ਕਥਨ ਦੀ ਜਿਹੜੀ ਆਪਾਂ ਨੇ ਚੋਣ ਕਰਨੀ ਹੈਗੀ। ਤਾਂ ਹੇਠ ਲਿਖਿਆਂ ਦੇ ਵਿੱਚੋਂ ਕਿਹੜਾ ਕਥਨ ਆ ਜਿਹੜਾ ਸਹੀ ਹੈਗਾ? ਅੰਤਰਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ ਦਾ ਵਰਣਨ ਸੰਵਿਧਾਨ ਦੇ ਕਿਸ ਅਨੁਛੇਦ 51 ਦੇ ਵਿੱਚ ਹੈਗਾ? ਇੰਟਰਨੈਸ਼ਨਲ ਪੀਸ ਐਂਡ ਸਿਕਿਉਰਿਟੀ। ਤਾਂ ਇਹ ਜਿਹੜਾ ਗਾ ਸਹੀ ਆਪਾਂ ਨੇ ਸਹੀ ਕਥਨ ਦੀ ਚੋਣ ਕਰਨੀ ਹੈਗੀ। ਦੁਧਾਰੂ ਪਸ਼ੂਆਂ ਦੀ ਹੱਤਿਆ ਉੱਪਰ ਰੋਕ ਆਰਟੀਕਲ 48 ਲਗਾਉਂਦਾ ਗਾ। ਤਾਂ ਇਹ ਵੀ ਜਿਹੜਾ ਸਹੀ ਆਪਣੇ ਕੋਲੇ ਸਹਿਬਾਨੋ ਜਿਹੜਾ 1986 ਅਤੇ ਸਰਲਾ ਜਿਹੜਾ 1995 ਕੇਸਾਂ ਦਾ ਸੰਬੰਧ ਸਮਾਨ ਸਹਾਇਤਾ ਯੂਨੀਫਾਰਮ ਸਿਵਲ ਕੋਡ ਦੇ ਨਾਲ ਹੈਗਾ। ਤਾਂ ਇਹ ਵੀ ਜਿਹੜਾ ਆਪਣੇ ਕੋਲੇ ਸਹੀ ਆ, ਯਾਦ ਰੱਖਣਾ ਹੈਗਾ। ਸਹਿਬਾਨੋ 1986 ਦਾ ਜਿਹੜਾ ਕੇਸ ਹੈਗਾ, ਸਰਲਾ ਜਿਹੜਾ 1995 ਦਾ ਕੇਸ ਆ। ਤਾਂ ਇਹ ਵੀ ਜਿਹੜਾ ਸਹੀ ਆ। ਤਾਂ ਸਾਰੇ ਸਹੀ ਹਨ। ਤਾਂ ਡੀ ਆਪਸ਼ਨ ਆਪਣੀ ਸਹੀ ਹੋ ਜੂ। ਆਪਾਂ ਨੇ ਸਹੀ ਕਥਨ ਦੀ ਚੋਣ ਜਿਹੜੀ ਕਰਨੀ ਸੀਗੀ। ਠੀਕ ਹੈ ਜੀ। ਅਗਲਾ ਕੁਐਸਚਨ ਜਿਹੜਾ ਆਪਣੇ ਕੋਲੇ ਬਣ ਕੇ ਆਉਂਦਾ ਗਾ, ਸਰਕਾਰੀ ਸਕੂਲਾਂ ਵਿੱਚ ਦਿੱਤਾ ਜਾਂਦਾ ਮਿਡ ਡੇ ਮੀਲ ਦੀ ਧਾਰਨਾ ਦਾ ਜਨਮਦਾਤਾ ਅਨੁਛੇਦ ਕਿਹੜਾ ਜੀ? 47 ਖੁਰਾਕੀ ਪੱਧਰ ਤੇ ਜੀਵਨ ਪੱਧਰ ਨੂੰ ਉੱਚਾ ਚੁੱਕਣਾ। ਤਾਂ ਇਹ ਵੀ ਸਿਹਤ ਦੇ ਨਾਲ ਸੰਬੰਧਿਤ ਆ। ਤਾਂ ਆਰਟੀਕਲ 47 ਆਪਣੇ ਕੋਲੇ ਆਜੂ। ਠੀਕ ਹੈ ਜੀ। ਸ਼ਰਾਬ ਵਰਗੀਆਂ ਨਸ਼ੀਲੀਆਂ ਵਸਤੂਆਂ ਤੇ ਰੋਕ ਲਗਾਉਂਦਾ ਕਈ ਵਾਰੀ ਇਹ ਪਾ ਦਿੱਤਾ ਜਾਂਦਾ ਗਾ। ਠੀਕ ਹੈ ਜੀ। ਉਹ ਵੀ ਆਰਟੀਕਲ 47 ਕਿਉਂਕਿ ਖੁਰਾਕੀ ਪੱਧਰ ਤੇ ਇਹ ਜੀਵਨ ਜਿਹੜਾ ਸਿਹਤ ਪੱਧਰ ਨੂੰ ਉੱਚਾ ਚੁੱਕਣ ਦੀ ਗੱਲ ਕਰਦਾ, ਜੀਵਨ ਪੱਧਰ ਨੂੰ। ਤਾਂ ਆਰਟੀਕਲ ਜਿਹੜਾ ਆਪਣੇ ਕੋਲ 47 ਸਹੀ ਹੋ ਜੂਗਾ। 45 ਆਪਾਂ ਐਜੂਕੇਸ਼ਨ ਦੇ ਨਾਲ ਸੰਬੰਧਿਤ ਪੜ੍ਹਿਆ। ਠੀਕ ਹੈ ਜੀ। 46 ਆਪਾਂ SC ST ਦੇ ਰਾਖਵੇਂਕਰਨ ਦੇ ਨਾਲ ਪੜ੍ਹਿਆਗਾ। 48 ਜਿਹੜਾ ਆਪਾਂ ਦੁਧਾਰੂ ਪਸ਼ੂਆਂ ਦੀ ਹੱਤਿਆ ਉੱਪਰ ਰੋਕ ਲਗਾਉਂਦਾ ਪਿੱਛੇ ਕੁਐਸਚਨ ਦੇ ਵਿੱਚ ਡਿਸਕਸ ਕੀਤਾ ਗਾ। ਅਗਲਾ ਜਿਹੜਾ ਆਪਣੇ ਕੋਲੇ ਕੁਐਸਚਨ ਬਣ ਕੇ ਆਉਂਦਾ ਗਾ, ਨੀਤੀ ਅਤੇ ਨਿਰਦੇਸ਼ਕ ਸਿਧਾਂਤਾਂ ਨੂੰ ਲਾਗੂ ਕਰਾਉਣ ਲਈ ਮੌਲਿਕ ਅਧਿਕਾਰਾਂ ਦੇ ਵਿੱਚ ਸੋਧ ਨਹੀਂ ਕੀਤੀ ਜਾਂਦੀ। ਤਾਂ ਇਹ ਗੋਲਕਨਾਥ ਭਾਰਤੀ ਕੇਸ ਨੇ ਆਪਾਂ ਨੂੰ ਜਿਹੜੀ ਕਥਨ ਜਾਂ ਇਹ ਸਟੇਟਮੈਂਟ ਦਿੱਤੀ ਸੀਗੀ। ਇਹਦੀ ਏ ਆਪਸ਼ਨ ਜਿਹੜੀ ਆਪਣੇ ਕੋਲੇ ਸਹੀ ਹੋ ਜੂਗੀ। ਠੀਕ ਹੈ ਜੀ। ਏ ਆਪਸ਼ਨ ਦੇ ਵਿੱਚ ਗੋਲਕਨਾਥ ਭਾਰਤੀ ਕੇਸ ਦੀ ਜਿਹੜੀ ਵਿਵਸਥਾ ਕੀਤੀ ਹੋਈ ਆ। ਤਾਂ ਏ ਆਪਸ਼ਨ ਆਪਣੇ ਕੋਲੇ ਸਹੀ ਹੋ ਜੂਗੀ। ਠੀਕ ਹੈ ਜੀ। ਮੌਲਿਕ ਅਧਿਕਾਰਾਂ ਵਿੱਚ ਸੋਧ ਨਹੀਂ ਕੀਤੀ ਜਾਂਦੀ ਨਾ ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਦੇ ਵਿੱਚ। ਉਸ ਤੋਂ ਬਾਅਦ ਜਿਹੜਾ ਅਗਲਾ ਕੁਐਸਚਨ ਆਪਣੇ ਕੋਲੇ ਬਣ ਕੇ ਆਉਂਦਾ ਗਾ, ਸੰਵਿਧਾਨ ਦੇ ਕਿਸ ਸੋਧ ਵਿੱਚ DPSP ਨੂੰ ਮੌਲਿਕ ਅਧਿਕਾਰਾਂ ਤੋਂ ਵੱਧ ਮਹੱਤਵਪੂਰਨ ਦੱਸਿਆ ਗਿਆ ਸੀ? ਤਾਂ ਇਹ 42ਵੀਂ ਸੋਧ 1977 ਦੇ ਵਿੱਚ DPSP ਦੇ ਨਾਲ ਜਿਹੜੀ ਸੰਬੰਧਿਤ ਆ 42ਵੀਂ ਸੋਧ 1977 ਦੇ ਵਿੱਚ ਦੱਸਿਆ ਗਿਆ ਸੀ। ਤਾਂ ਇੱਥੇ ਜਿਹੜੀ ਬੀ ਆਪਸ਼ਨ ਆਪਣੇ ਕੋਲੇ ਸਹੀ ਆ ਜੂਗੀ। ਠੀਕ ਹੈ ਜੀ। ਬੀ ਆਪਸ਼ਨ ਤੁਸੀਂ ਟਿਕ ਕਰ ਦੇਣੀ ਆ। ਤਾਂ ਬੀ ਆਪਸ਼ਨ ਆਪਣੇ ਕੋਲੇ ਸਹੀ ਆ ਗਈ। ਠੀਕ ਹੈ ਜੀ। ਕਾਹਦੇ ਲਈ? ਸੰਵਿਧਾਨ ਦੇ ਕਿਸ ਸੋਧ ਦੇ ਵਿੱਚ DPSP ਨੂੰ ਮੌਲਿਕ ਅਧਿਕਾਰਾਂ ਤੋਂ ਵੱਧ ਮਹੱਤਵਪੂਰਨ ਦੱਸਿਆ ਗਿਆ ਸੀ? ਕਿਉਂਕਿ ਇਹ ਪੋਜ਼ੀਟਿਵ ਨੇ, ਨੈਗੇਟਿਵ ਨਹੀਂ ਹੈਗੇ। ਠੀਕ ਹੈ ਜੀ। ਉਹ ਵੀ ਆਪਾਂ ਪਿੱਛੇ ਡਿਫਰੈਂਸ ਜਿਹੜਾ ਫੰਡਾਮੈਂਟਲ ਰਾਈਟਸ ਤੇ ਜਿਹੜਾ ਆਪਣੇ ਕੋਲੇ DPSP ਦੇ ਵਿੱਚ ਆਪਾਂ ਕੀਤਾ ਸੀਗਾ।
ਇਹ ਇੱਕ ਅਜਿਹਾ ਚੈੱਕ ਹੈ ਜਿਸ ਵਿੱਚ ਭੁਗਤਾਨ ਬੈਂਕ ਦੀ ਹਿੱਸਾ ਤੇ ਛੱਡ ਦਿੱਤਾ ਜਾਂਦਾ ਹੈ। ਠੀਕ ਆ ਜੀ, ਇਹ ਆਪਣੇ ਕੋਲ ਕਿਹਾ ਸੀਗਾ ਪ੍ਰੋ ਕੇਟੀ ਸਾਹ ਨੇ। ਠੀਕ ਆ ਜੀ, ਇਹ ਜਿਹੜੀ ਸਟੇਟਮੈਂਟ ਯਾਦ ਰੱਖਣੀ ਆਪਾਂ DPSP ਨੂੰ ਲੈ ਕੇ, ਤਾਂ DPSP ਦੇ ਵਿੱਚ ਇਹ ਚੈੱਕ ਹੈ ਦਾ ਭੁਗਤਾਨ ਬੈਂਕ ਦੀ ਹਿੱਸਾ ਉੱਤੇ ਛੱਡ ਦਿੱਤਾ ਜਾਂਦਾ ਹੈ, ਰਾਜ ਦੀ ਹਿੱਸਾ ਤੇ ਛੱਡ ਦਿੱਤਾ ਜਾਂਦਾ ਹੈ। ਠੀਕ ਹੈ ਜੀ, ਤਾਂ ਇਹ B ਆਪਸ਼ਨ ਜਿਹੜੀ ਆਪਣੇ ਕੋਲ ਸਹੀ ਆ ਜੂਗੀ, ਕੇਟੀ ਸਾਹ ਦੀ ਸਟੇਟਮੈਂਟ ਆ। ਠੀਕ ਹੈ ਜੀ, ਇੱਥੋਂ ਇਹ ਸਹੀ ਕਰ ਲੈਣਾ ਤੁਸੀਂ। ਉਸ ਤੋਂ ਬਾਅਦ ਰਾਜਨੀਤਿਕ ਨਿਰਦੇਸ਼ਕ ਸਿਧਾਂਤ ਆਰਥਿਕ ਲੋਕਤੰਤਰ ਦੀ ਸਥਾਪਨਾ ਜਿਹੜੀ ਕਰਦੇ ਨੇ, ਤਾਂ 25 ਦੇ ਵਿੱਚ ਜਿਹੜਾ ਆਪਣੇ ਕੋਲ ਪੁੱਛਿਆ ਗਿਆ ਕੁਐਸਚਨ ਹੈ ਜੀ, ਆਰਥਿਕ ਲੋਕਤੰਤਰ ਦੀ ਜਿਹੜੀ ਸਥਾਪਨਾ ਕਰਦੇ ਨੇ ਡਾਕਟਰ ਭੀਮ ਰਾਓ ਅੰਬੇਦਕਰ ਦੀ ਇਹ ਸਟੇਟਮੈਂਟ ਆ, ਤਾਂ A ਆਪਸ਼ਨ ਆਪਣੇ ਕੋਲੇ ਸਹੀ ਹੋ ਜੂਗੀ। ਠੀਕ ਹੈ ਜੀ, ਤਾਂ A ਆਪਸ਼ਨ ਸਹੀ ਹੈ ਇੱਥੇ। ਉਸ ਤੋਂ ਬਾਅਦ ਰਾਜਨੀਤਿਕ ਨਿਰਦੇਸ਼ਕ ਸਿਧਾਂਤ ਸਮਾਜਿਕ ਕ੍ਰਾਂਤੀ ਨੂੰ ਸਥਾਪਿਤ ਕਰਦੇ ਹਨ ਜਾਂ ਕ੍ਰਾਂਤੀ ਨੂੰ ਉਤਸ਼ਾਹਿਤ ਕਰਦੇ ਹਨ। ਠੀਕ ਹੈ ਜੀ, ਇਹ ਸਟੇਟਮੈਂਟ ਆਪਾਂ ਨੇ ਦੱਸਣੀ ਆ ਕਿੰਨਾ ਦੀ ਆ, ਤਾਂ ਇਹ ਜਿਹੜੀ ਸਟੇਟਮੈਂਟ ਆਪਣੇ ਕੋਲੇ ਆ ਗਈ ਜੀ ਗ੍ਰੈਨਵਿਲ ਆਸਟਨ ਦੀ ਹੈਗੀ। D ਆਪਸ਼ਨ ਜਿਹੜੀ ਆਪਣੇ ਕੋਲੇ ਸਹੀ ਹੋ ਜੂਗੀ। ਅਗਲਾ ਜਿਹੜਾ ਕੁਐਸਚਨ ਆਪਣੇ ਕੋਲੇ ਬਣ ਕੇ ਆਉਂਦਾ ਗਾ, ਰਾਜਨੀਤੀ ਨਿਰਦੇਸ਼ਕ ਸਿਧਾਂਤ ਨਾਗਰਿਕਾਂ ਦੇ ਪ੍ਰਤੀ ਰਾਜ ਦਾ ਸਕਾਰਾਤਮਕ ਫਰਜ਼ ਹਨ, ਤਾਂ ਇਹ ਸਟੇਟਮੈਂਟ ਕਿਹਦੀ ਹੈਗੀ? ਇਹ ਸਟੇਟਮੈਂਟ ਆਪਾਂ ਦੱਸਣੀ ਹੁੰਦੀ ਹੈ ਜੀ, ਇਹ ਆਪਣੇ ਕੋਲੇ ਪਾਇਲੀ ਦੀ ਸਟੇਟਮੈਂਟ ਆ, ਤਾਂ A ਆਪਸ਼ਨ ਆਪਣੇ ਕੋਲੇ ਸਹੀ ਹੋ ਜੂਗੀ। ਨੀਤੀ ਦੇ ਨਿਰਦੇਸ਼ਕ ਸਿਧਾਂਤ ਸਮਾਜ ਦੇ ਸਮਾਜਵਾਦੀ ਢਾਂਚੇ ਦੀ ਸਥਾਪਨਾ ਕਰਦੇ ਹਨ, ਤਾਂ ਇਹ ਜਿਹੜੀ ਸਟੇਟਮੈਂਟ ਜਵਾਹਰ ਲਾਲ ਨਹਿਰੂ ਦੀ ਯਾਦ ਰੱਖਣੀ ਹੈ, ਤਾਂ ਇੱਥੇ ਵੀ ਜਿਹੜੀ A ਆਪਸ਼ਨ ਆਪਣੇ ਕੋਲੇ ਸਹੀ ਹੋ ਜੂਗੀ। ਬਾਕੀ ਆਪਾਂ ਜਿਹੜੀਆਂ ਸਟੇਟਮੈਂਟਾਂ ਪਿਛਲੇ ਕੁਐਸਚਨਸ ਦੇ ਵਿੱਚ ਕਵਰ ਕਰ ਲਈਆਂ ਨੇ। ਉਸ ਤੋਂ ਬਾਅਦ ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਨੂੰ ਸੰਵਿਧਾਨ ਦੀ ਮੂਲ ਆਤਮਾ ਕਿਹਾ ਸੀਗਾ, ਇਹ ਗ੍ਰੈਨਵਿਲ ਆਸਟਨ ਨੇ ਕਿਹਾ ਸੀਗਾ। ਇਹ ਗ੍ਰੈਨਵਿਲ ਆਸਟਨ ਦੀ ਜਿਹੜੀ ਸਟੇਟਮੈਂਟ ਹੈਗੀ, ਇੱਕ ਕ੍ਰਾਂਤੀ ਵਾਲੀ ਜਿਹੜੀ ਸਟੇਟਮੈਂਟ ਉਹ ਵੀ ਗ੍ਰੈਨਵਿਲ ਆਸਟਨ ਦੀ ਆ, ਤਾਂ A ਆਪਸ਼ਨ ਆਪਣੇ ਕੋਲੇ ਸਹੀ ਹੋ ਜੂਗੀ। ਠੀਕ ਹੈ ਜੀ, DPSP ਦੇ ਵਿੱਚ ਜਿਹੜੀ ਇਹ ਸਟੇਟਮੈਂਟ ਗ੍ਰੈਨਵਿਲ ਆਸਟਨ ਦੀ ਆ। ਸਿੱਖਿਆ ਨਾਲ ਸੰਬੰਧਿਤ ਅਨੁਛੇਦਾਂ ਦੀ ਜਿਹੜੀ ਚੋਣ ਕਰਨੀ ਆ, ਤਾਂ ਸਿੱਖਿਆ ਨਾਲ ਸੰਬੰਧਿਤ ਕਿਹੜੇ-ਕਿਹੜੇ ਅਨੁਛੇਦ ਨੇ, ਤਾਂ ਸਿੱਖਿਆ ਦੇ ਨਾਲ ਸੰਬੰਧਿਤ ਆਪਾਂ ਨੇ ਅਨੁਛੇਦ ਦੱਸਣੇ ਆ। ਤਾਂ ਆਪਾਂ ਨੇ ਪਿੱਛੇ ਜਿਹੜੇ ਪੜ੍ਹੇ ਨੇਗੇ ਸਿੱਖਿਆ ਦੇ ਨਾਲ ਸੰਬੰਧਿਤ ਸਾਰੇ ਆਪਾਂ ਲਗਭਗ ਕਰ ਹੀ ਲੈਣੇ। ਅਨੁਛੇਦ 45 ਜਿਹੜਾ ਆਪਾਂ DPSP ਦੇ ਵਿੱਚ ਪੜ੍ਹਿਆ ਹੈਗਾ। ਠੀਕ ਹੈ ਜੀ, ਇਹ DPSP ਦੇ ਵਿੱਚ ਜਿਹਦੇ ਵਿੱਚ ਮੁਫਤ ਤੇ ਲਾਜ਼ਮੀ ਸਿੱਖਿਆ ਦੀ ਗੱਲ ਕੀਤੀ ਗਈ ਸੀ, ਇਹ ਸਿਧਾਂਤਾਂ ਦੇ ਵਿੱਚ ਪੜ੍ਹਿਆ ਸੀ ਆਪਾਂ। ਅਨੁਛੇਦ 21 ਫੰਡਾਮੈਂਟਲ ਰਾਈਟਸ ਦੇ ਵਿੱਚ ਪੜ੍ਹਿਆ ਸੀਗਾ। ਠੀਕ ਹੈ ਜੀ, ਜਿਹੜਾ 86ਵੀਂ ਸੋਧ 2002 ਦੇ ਵਿੱਚ ਜੋੜਿਆ ਗਿਆ ਸੀਗਾ। ਅਨੁਛੇਦ 51A ਜਿਹੜਾ ਮੌਲਿਕ ਕਰਤੱਵਾਂ ਦੇ ਵਿੱਚ ਪੜਾਂਗੇ, ਇੱਕ ਆਪਣਾ ਮੌਲਿਕ ਕਰਤੱਵ ਵੀ ਆ 51A ਦੇ ਵਿੱਚ। 11ਵੀਂ ਜਿਹੜੀ ਫੰਡਾਮੈਂਟਲ ਡਿਊਟੀ ਆ ਉਹ ਸਿੱਖਿਆ ਦੇ ਨਾਲ ਸੰਬੰਧਿਤ ਆ। ਠੀਕ ਹੈ ਜੀ, ਉਹ ਆਪਾਂ ਅਗਲੇ ਭਾਗ ਦੇ ਵਿੱਚ ਜਿਹੜੀ ਕਵਰ ਕਰਨੀ ਆ। ਤਾਂ ਇੱਥੇ ਆਪਾਂ ਨੂੰ ਅਨੁਛੇਦ ਦੀ ਚੋਣ ਕੀਤੀ ਗਈ ਸੀ ਜਿਹੜਾ ਸਿੱਖਿਆ ਦੇ ਨਾਲ ਸੰਬੰਧਿਤ ਆ, ਤਾਂ D ਆਪਸ਼ਨ ਆਪਣੀ ਸਹੀ ਹੋ ਜੂ। ਉਪਰੋਕਤ ਸਾਰੇ ਹੀ ਜਿਹੜੇ ਨੇ ਸਿੱਖਿਆ ਦੇ ਨਾਲ ਸੰਬੰਧਿਤ ਨੇ। ਠੀਕ ਹੈ ਜੀ, ਇੱਥੋਂ ਹੀ ਯਾਦ ਰੱਖਣਾਗਾ। ਤਾਂ ਇਸ ਦੇ ਨਾਲ ਜਿਹੜਾ ਆਪਣਾ ਇਹ ਅੱਜ ਦਾ ਪਾਰਟ ਸੀਗਾ ਉਹ ਕੰਪਲੀਟ ਹੋ ਜਾਂਦਾ। ਠੀਕ ਆ ਜੀ, ਇਸ ਤੋਂ ਬਾਅਦ ਆਪਾਂ 4th A ਪਾਰਟ ਬਾਰੇ ਜਿਹੜੀ ਡਿਸਕਸ਼ਨ ਕਰਾਂਗੇ ਉਹ ਅਗਲੀ ਵੀਡੀਓ ਦੇ ਵਿੱਚ ਕਰਾਂਗੇ। ਉਸ ਤੋਂ ਪਹਿਲਾਂ ਤੁਸੀਂ ਸਾਡੀ ਜਿਹੜੀ ਚਾਣਕਿਆ ਐਜੂਕੇਸ਼ਨ ਅਕੈਡਮੀ ਬਰਨਾਲਾ ਦੀ ਐਪ ਆ ਇਹਨੂੰ ਡਾਊਨਲੋਡ ਕਰ ਲੈਣਾ। ਠੀਕ ਆ ਜੀ, ਲਿੰਕ ਜਿਹੜਾ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਪ੍ਰੋਵਾਈਡ ਕਰਵਾ ਦਿੱਤਾ ਜਾਊਗਾ। ਜਿਵੇਂ ਮਾਸਟਰ ਕੈਡਰ ਹੋ ਗਿਆ ਆਪਣੇ ਕੋਲ SST ਪੰਜਾਬੀ ਮੈਥ ਸਾਇੰਸ ਦਾ ਸਪੈਸ਼ਲ ਜਿਹੜਾ ਕੋਰਸ ਆ ਅਸੀਂ ਐਪ ਦੇ ਉੱਤੇ ਲਾਂਚ ਕੀਤਾ ਹੋਇਆ। ETT ਤੋਂ ਬਾਅਦ ਜਿਹੜਾ ਆਪਣਾ ਫਸਟ ਪੇਪਰ ਹੁੰਦਾ PSTET ਦਾ, ਉਹਦਾ ਵੀ ਇੱਕ ਸਪੈਸ਼ਲ ਕੋਰਸ ਤੁਹਾਨੂੰ ਇਸ ਐਪ ਦੇ ਉੱਤੇ ਜਿਹੜਾ ਮਿਲ ਜਾਊਗਾ। ਠੀਕ ਆ ਜੀ, B.Ed ਤੋਂ ਬਾਅਦ ਜਿਹੜਾ ਆਪਣਾ ਸੈਕੰਡ ਪੇਪਰ PSTET ਦਾ ਹੁੰਦਾ ਗਿਆ, ਉਹਦਾ ਵੀ ਇੱਕ ਸਪੈਸ਼ਲ ਕੋਰਸ ਅਸੀਂ ਐਪ ਦੇ ਉੱਤੇ ਲਾਂਚ ਕੀਤਾ ਹੋਏਗਾ। ਪੰਜਾਬ ਪੁਲਿਸ ਦਾ ਵੀ ਇੱਕ ਸਪੈਸ਼ਲ ਕੋਰਸ ਜਿਹੜਾ ਅਸੀਂ ਐਪ ਦੇ ਉੱਤੇ ਲਾਂਚ ਕੀਤਾ ਹੋਇਆ। ਲੈਕਚਰਰ ਕੈਡਰ ਦੇ ਲਈ ਹਿਸਟਰੀ ਪੰਜਾਬੀ ਤੇ ਪੋਲੀਟੀਕਲ ਦਾ ਸਪੈਸ਼ਲ ਕੋਰਸ ਜਿਹੜਾ ਐਪ ਦੇ ਉੱਤੇ ਤੁਹਾਨੂੰ ਮਿਲ ਜਾਏਗਾ। ਪੰਜਾਬ ਜੌਬ ਐਗਜ਼ਾਮ 'ਚ ਜਿਵੇਂ ਐਕਸਾਈਜ਼ ਇੰਸਪੈਕਟਰ ਜਾਂ ਆਪਣੇ ਕੋਲੇ SSSB ਦੇ ਵਿੱਚ ਪਟਵਾਰੀ ਵਗੈਰਾ ਦੇ ਐਗਜ਼ਾਮ ਹੁੰਦੇ ਨੇ, ਉਹ ਵੀ ਇੱਕ ਸਪੈਸ਼ਲ ਕੋਰਸ ਜਿਹੜਾ ਗਾ ਵਿਦ ਟੈਸਟ। ਠੀਕ ਹੈ ਜੀ, ਸਾਰੇ ਕੋਰਸ ਜਿਹੜੇ ਲਾਂਚ ਕੀਤੇ ਹੋਏ ਨੇ ਐਪ ਦੇ ਉੱਤੇ। SSC ਦਾ ਵੀ ਸਪੈਸ਼ਲ ਕੋਰਸ ਜਿਹੜਾ ਤੁਹਾਨੂੰ ਐਪ ਦੇ ਉੱਤੇ ਮਿਲ ਜਾਊਗਾ। ਜੇਕਰ ਤੁਸੀਂ UPSC ਜਾਂ PPSC ਦੀ ਤਿਆਰੀ ਕਰ ਰਹੇ ਹੋ ਤਾਂ ਇਹ ਵੀ ਇੱਕ ਸਪੈਸ਼ਲ ਕੋਰਸ ਜਿਹੜਾ ਅਸੀਂ ਐਪ ਦੇ ਉੱਤੇ ਲਾਂਚ ਕੀਤਾ ਹੋਇਆ, ਉੱਥੋਂ ਤੁਸੀਂ ਐਪ ਨੂੰ ਡਾਊਨਲੋਡ ਕਰਕੇ ਇਹਨਾਂ ਨੂੰ ਪਰਚੇਜ਼ ਕਰ ਸਕਦੇ ਹੋ। ਟੈਸਟ ਵੀ ਜਿਹੜੇ ਤੁਹਾਨੂੰ ਐਪ ਦੇ ਵਿੱਚ ਪਰਚੇਜ਼ ਕਰਵਾਏ ਜਾਣਗੇ। ਐਪ ਦਾ ਲਿੰਕ ਜਿਹੜਾ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਪ੍ਰੋਵਾਈਡ ਕਰਵਾ ਦਿੱਤਾ ਜਾਊਗਾ। ਹਰ ਇੱਕ ਪਲੇਲਿਸਟ ਦਾ ਜਿਹੜਾ ਲਿੰਕ ਆ ਉਹ ਵੀ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਏਗਾ। ਨਵੀਆਂ ਆਫਰਸ ਤੇ ਅਪਡੇਟਸ ਦੇ ਲਈ ਤੁਸੀਂ ਸਾਡਾ ਜਿਹੜਾ ਇੰਸਟਾਗ੍ਰਾਮ ਪੇਜ ਚਾਣਕਿਆ ਐਜੂਕੇਸ਼ਨ ਅਕੈਡਮੀ ਬਰਨਾਲਾ ਦੇ ਨਾਮ ਤੋਂ ਬਣਿਆ ਉਹਨੂੰ ਫੋਲੋ ਕਰ ਸਕਦੇ ਹੋ। ਠੀਕ ਹੈ ਜੀ, ਇੰਸਟਾਗ੍ਰਾਮ ਤੇ ਜਾ ਕੇ ਫੇਸਬੁੱਕ ਦੇ ਪੇਜ ਨੂੰ ਵੀ ਤੁਸੀਂ ਫੋਲੋ ਕਰ ਸਕਦੇ ਹੋ, ਚਾਣਕਿਆ ਐਜੂਕੇਸ਼ਨ ਅਕੈਡਮੀ ਬਰਨਾਲਾ ਦੇ ਨਾਮ ਤੋਂ ਬਣਿਆ। ਨਵੀਆਂ ਅਪਡੇਟਸ ਜਿਹੜੀਆਂ ਅਸੀਂ ਉੱਥੇ ਅਪਲੋਡ ਕਰਦੇ ਰਹਿੰਦੇ ਹਾਂ, ਜਾਂ ਕਿਸੇ ਵੀ ਆਨਲਾਈਨ ਜਾਂ ਆਫਲਾਈਨ ਬੈਚ ਦੇ ਲਈ ਆਫਰ ਜਿਹੜੀ ਹੁੰਦੀ ਹੈਗੀ ਅੱਜ ਦੀ, ਉਹ ਵੀ ਅਸੀਂ ਇਹਨਾਂ ਪੇਜਸ ਦੇ ਉੱਤੇ ਅਪਲੋਡ ਕਰਦੇ ਰਹਿੰਦੇ ਹੈਗੇ। ਠੀਕ ਹੈ ਜੀ, YouTube ਚੈਨਲ ਚਾਣਕਿਆ ਐਜੂਕੇਸ਼ਨ ਅਕੈਡਮੀ ਬਰਨਾਲਾ ਨੂੰ ਸਬਸਕ੍ਰਾਈਬ ਕਰ ਲੈਣਾ, ਬੈਲ ਆਈਕਨ ਨੂੰ ਪ੍ਰੈਸ ਕਰਕੇ ਰੱਖ ਲੈਣਾ, ਤਾਂ ਕਿ ਕਿਸੇ ਵੀ ਪੋਸਟ ਨਾਲ ਸੰਬੰਧਿਤ ਅਸੀਂ ਜਿਹੜੀ ਅਨਾਉਂਸਮੈਂਟ ਜਾਂ ਨੋਟੀਫਿਕੇਸ਼ਨ ਦੀ ਜਿਹੜੀ ਡਿਸਕਸ਼ਨ ਕਰਦੇ ਹੁੰਦੇ ਹਾਂ ਉਹਦੀ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਏ। ਤਾਂ ਉਹਦੇ ਲਈ
ਚੈਨਲ ਜਿਹੜਾ ਤੁਸੀਂ ਸਬਸਕ੍ਰਾਈਬ ਕਰ ਲੈਣਾ। ਠੀਕ ਹੈ ਜੀ, ਹਰ ਇੱਕ ਟੌਪਿਕ ਦੇ ਹਰ ਇੱਕ ਸਬਜੈਕਟ ਦੇ ਠੀਕ ਹੈ ਜੀ ਸੀਕੁਐਂਸ ਵਾਈਜ਼ ਜਿਹੜੇ MCQ ਇੱਕ MCQ ਜਿਹੜਾ ਅਸੀਂ YouTube ਚੈਨਲ ਦੇ ਉੱਤੇ ਸੋਲਵ ਕਰਵਾਉਂਦੇ ਆ, ਤਾਂ ਕੋਈ ਵੀ ਤੁਹਾਡਾ ਜਿਹੜਾ ਟੌਪਿਕ ਉਹ ਮਿਸ ਨਾ ਹੋਵੇ ਤਾਂ ਤੁਸੀਂ ਚੈਨਲ ਨੂੰ ਜਿਹੜਾ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਪ੍ਰੈਸ ਕਰਕੇ ਰੱਖ ਲੈਣਾ। ਠੀਕ ਹੈ ਜੀ, WhatsApp ਦੇ ਜ਼ਰੀਏ ਵੀ ਸਾਡੇ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ। WhatsApp ਦੇ ਉੱਤੇ ਸਾਡੀ ਜਿਹੜੀ ਚਾਣਕਿਆ ਐਜੂਕੇਸ਼ਨ ਅਕੈਡਮੀ ਬਰਨਾਲਾ ਦੀ ਕਮਿਊਨਿਟੀ ਬਣੀ ਹੋਈ ਆ। ਠੀਕ ਹੈ ਜੀ, ਉਹਦੇ ਵਿੱਚ ਤੁਸੀਂ ਐਡ ਹੋ ਸਕਦੇ ਹੋ। ਕਮਿਊਨਿਟੀ ਦਾ ਜਿਹੜਾ ਲਿੰਕ ਆ ਉਹ ਵੀ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਪ੍ਰੋਵਾਈਡ ਕਰਵਾ ਦਿੱਤਾ ਜਾਊਗਾ। ਠੀਕ ਹੈ ਜੀ, ਅੱਜ ਦੀ ਜਿਹੜੀ ਆਪਣੀ ਪੋਲੀਟੀਕਲ ਦੀ ਵੀਡੀਓ ਸੀ ਉਹ DPSP ਦੇ ਨਾਲ ਸੰਬੰਧਿਤ ਸੀਗੀ। ਇਸ ਦੇ ਨਾਲ ਆਪਾਂ ਸੰਵਿਧਾਨ ਦੇ ਜਿਹੜੇ 4 ਭਾਗ ਨੇ ਟੋਟਲੀ ਕੰਪਲੀਟ ਕਰ ਲਏ ਨੇ। ਠੀਕ ਹੈ ਜੀ, ਇਸ ਤੋਂ ਅਗਲਾ ਜਿਹੜੀ ਆਪਾਂ ਵੀਡੀਓ ਪਾਵਾਂਗੇ ਮੌਲਿਕ ਕਰਤੱਵਾਂ ਦੇ ਨਾਲ ਸੰਬੰਧਿਤ, ਜਿਹਦੇ ਵਿੱਚ ਆਪਾਂ 51A ਆਰਟੀਕਲ ਬਾਰੇ ਡਿਸਕਸ ਕਰਾਂਗੇ। ਥੈਂਕਸ ਫॉर ਵਾਚਿੰਗ ਦਿਸ ਵੀਡੀਓ।